ਇਹਨਾਂ ਦਾ ਕੈਪਟਨ ਸਾਹਿਬ ਨੇ ਗਲਤੀ ਕਰੀ। ਕੈਪਟਨ ਸਾਹਿਬ ਨੂੰ ਮੇਰੇ ਨਾਲ, ਮੈਂ ਕੈਪਟਨ ਸਾਹਿਬ ਮੁੱਖ ਮੰਤਰੀ ਐਡੇ ਵੱਡੇ ਨੇਤਾ, ਉਹਨਾਂ ਨੇ ਮੇਰੇ ਬਿਆਨਾਂ ਨੂੰ ਵਰਤ ਕੇ ਆਪਦੀ ਲੜਾਈ ਸੈਟਲ ਕਰਨੀ ਸ਼ੁਰੂ ਕਰੀ। ਵਿਰੋਧੀ ਪਾਰਟੀਆਂ ਨੇ ਵੀ, ਕਾਂਗਰਸ ਦੇ ਅੰਦਰ ਦੇ ਵਿਰੋਧ ਨੇ ਵੀ, ਇੰਟਰਨਲ ਵੀ ਐਕਸਟਰਨਲ ਵੀ। ਮੈਂ ਉਹਦੇ ਵਿੱਚ ਕਿਉਂ ਹਿੱਸਾ ਬਣਾ ਬਈ? 3 ਘੰਟੇ ਕੋਈ ਸੁਣਦਾ ਕਿਸੇ ਦੀ ਗੱਲ? ਸਿੱਧੂ ਸਾਹਿਬ ਕੋਲ ਟਾਈਮ ਹੋਏਗਾ? ਉਹ ਪੈਨ ਪੈਡ ਲੈ ਕੇ ਲਿਖਣ ਨੂੰ ਤਿਆਰ ਸੀ ਸਭ ਕੁਛ। ਹਾਂ ਵੀ ਮੈਂ ਆਪ ਲਿਖਣਾ, ਕੋਈ ਸਟੈਨੋ ਨਹੀਂ ਬਣਾਇਆ। ਹਾਂ ਵੀ ਮੈਂ ਲਿਖਣਾ, ਤੁਸੀਂ ਉਹਨਾਂ ਨੇ ਕਿਹਾ ਕਾਰਪੋਰੇਸ਼ਨਾਂ ਇਹਨਾਂ ਦੀਆਂ ਬਣਾਈਆਂ ਜਾਣ, ਉਹਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਚੰਗਾ ਆਨਰੇਬਲ ਜੋਬ ਦਿੱਤਾ ਜਾਵੇ। ਔਰ ਸੱਚੀ ਮੁੱਚੀ ਆਨਰੇਬਲ ਡਿਫਾਈਨ ਕਰੇ ਵੀ ਘੱਟੋ ਘੱਟ 50,000 ਤਨਖਾਹ ਦਿੱਤੀ ਜਾਵੇ। ਮੰਤਰੀ ਸਾਹਿਬ ਨੇ ਕਹਿੰਦਾ ਫਿਰ ਟੌਸ ਕਰ ਲਓ। ਸਿੱਖੀ ਵਾਲੀ ਗੱਲ ਹੈ। ਹਾਂ ਟੌਸ ਕਰ ਲਓ। ਉਹ ਕਹਿੰਦੇ ਜੀ ਟੌਸ ਵੀ ਤੁਸੀਂ ਕਰ ਲਓ। ਮੰਤਰੀ ਸਾਹਿਬ ਨੇ ਟੌਸ ਕਰ ਦਿੱਤੀ। ਅਕਾਲੀਆਂ ਨੇ, ਬੀਜੇਪੀ ਨੇ ਟੌਸ ਨਾਲ ਨੌਕਰੀਆਂ ਦੇਣੀਆਂ ਬੰਦ ਕਰੇ। ਇੱਥੇ ਬਹਿਸਾਂ ਹੋਈਆਂ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ ਤੇ ਆਪਣੀ ਟੀਮ ਨਾਲ ਖੜੀ ਕਰਦੇ ਨੇ। ਟੀਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਸਲਾਹਕਾਰ ਨਿਯੁਕਤ ਕੀਤੇ ਜਾਂਦੇ ਨੇ। ਗੱਲ ਕਰਾਂਗੇ ਡਾਕਟਰ ਪਿਆਰੇ ਲਾਲ ਗਰਗ ਦੀ। ਡਾਕਟਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਵੱਲੋਂ ਜੋ ਹਾਂ ਕੀਤੀ ਗਈ ਸੀ ਸਲਾਹ ਦੇਣ ਦੀ, ਉਹ ਹਾਂ ਦੀ ਪਰਮਿਸ਼ਨ ਵਾਪਸ ਲੈ ਲਈ ਗਈ ਆ। ਸੋ ਡਾਕਟਰ ਸਾਹਿਬ, ਸਲਾਹਕਾਰ ਨਿਯੁਕਤ ਹੋ ਗਏ ਸੀ ਨਵਜੋਤ ਸਿੰਘ ਸਿੱਧੂ ਦੇ, ਕੀ ਵਜ੍ਹਾ ਰਹੀ ਕਿ ਹਾਂ ਦੀ ਪਰਮਿਸ਼ਨ ਵਾਪਸ ਲੈਣੀ ਪਈ? ਦੇਖੋ, ਪਹਿਲੀ ਗੱਲ ਤਾਂ ਇਹ ਨਿਯੁਕਤੀ ਨਹੀਂ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੀ ਸਲਾਹ ਲੈਣੀ। ਮੈਂ ਕਿਹਾ ਜੀ ਲੜੋ। ਕਹਿੰਦੇ ਮੈਂ ਰਸਮੀ ਤੌਰ 'ਤੇ ਲਈ ਹਾਂ। ਮੈਂ ਕਿਹਾ ਜੀ ਮੈਂ ਕੋਈ ਤੁਸੀਂ ਕਾਹਦੇ ਵਾਸਤੇ ਰਸਮੀ 'ਤੇ ਲੈਣੀ ਹੈ? ਕਹਿੰਦੇ ਨਹੀਂ, ਮੈਨੂੰ ਰਸਮੀ ਸਲਾਹ ਚਾਹੀਦੀ। ਮੈਂ ਕਿਹਾ ਚਲੋ ਤੁਹਾਡੀ ਮਰਜ਼ੀ। ਮੈਨੂੰ ਲੱਗਦਾ ਤੁਸੀਂ ਪੰਜਾਬ ਦਾ ਚੰਗਾ ਕੰਮ ਕਰੋਗੇ, ਭਲਾ ਕਰੋਗੇ, ਬੇਦਾਗ ਹੋ, ਅਤੇ ਜੇ ਮੇਰੀ ਸਲਾਹ ਨਾਲ ਕੋਈ ਫਾਇਦਾ ਹੁੰਦਾ ਪੰਜਾਬ ਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਫਿਰ ਉਹਨਾਂ ਨੇ ਕੋਈ ਚਿੱਠੀ ਜਾਰੀ ਕਰਤੀ। ਮੈਨੂੰ ਤਾਂ ਅੱਜ ਤੱਕ ਉਹ ਚਿੱਠੀ ਨਹੀਂ ਆਈ। ਉਹ ਤਾਂ ਚਿੱਠੀ ਉਹਨਾਂ ਨੇ ਮੀਡੀਆ ਨੂੰ ਜਾਰੀ ਕਰੀ ਲੱਗਦੀ ਹੈ। ਅਤੇ ਜਿਹਨੇ ਵੀ ਉਹਨਾਂ ਨੂੰ ਰਾਏ ਦਿੱਤੀ, ਜੋ ਵੀ ਹੋਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਦੀ ਸਲਾਹ ਲਵਾਂਗਾ। ਉਹ ਲੋਕਾਂ ਨੇ ਕਹਤਾ, ਲੋਕਾਂ ਨੇ ਸਮਝੇ, ਕਿਉਂਕਿ ਸਲਾਹਕਾਰ ਦਾ ਇਮੇਜ ਕੀ ਬਣਿਆ ਹੋਇਆ ਵੀ ਇਹ ਕਾਰਾਂ ਕੋਠੀਆਂ ਲੈਂਦੇ ਨੇ, ਇਹ 4 ਦੇ ਕੰਮ ਕਰਾਉਂਦੇ ਨੇ, 4 ਦੇ ਕੰਮ ਹਟਾਉਂਦੇ ਨੇ, ਇਹ ਚੰਗਾ ਇਹਨਾਂ ਦੇ ਕੋਲ ਜੁਗਾੜ ਹੁੰਦਾ ਹੈ। ਅਤੇ ਅਸੀਂ ਤਾਂ ਇਹੋ ਜਿਹਾ ਕੁਛ ਕਰਨਾ ਨਹੀਂ ਸੀ। ਅਸੀਂ ਤਾਂ ਪਹਿਲਾਂ ਗੱਲ ਹੀ ਵੇਲੇ ਹੀ ਕਹਿਤਾ ਸੀ ਨਾ ਤੁਸੀਂ ਇੱਥੇ ਆਉਣੇ ਹੋ, ਮੈਂ ਇੱਥੇ ਬੈਠਾ ਨਾ। ਅਤੇ ਮੈਂ ਤਾਂ ਉੱਦੇ ਸਿੱਧੂ ਸਾਹਿਬ ਨੂੰ ਜਿੱਦੇ ਉਹਨਾਂ ਨੇ ਕਿਹਾ ਵੀ ਆਪਾਂ ਚਰਚਾ ਕਰਨੀ ਹੈ ਵੀ ਇਹਨਾਂ ਇਸ਼ੂ 'ਤੇ, ਮੈਂ ਸਾਰਾ ਡਾਟਾ ਤਿਆਰ ਕਰਿਆ ਰਾਤ ਨੂੰ 1 ਵਜੇ ਤੱਕ। ਅਸੀਂ ਤਾਂ ਆਪਦੇ ਖਰਚੇ 'ਤੇ ਗਿਆ, ਆਪਦੀ ਰੋਟੀ ਨਾਲ ਲੈ ਕੇ ਗਿਆ। ਸੋ ਸਲਾਹਕਾਰ ਨਿਯੁਕਤ ਨਾ ਨਿਯੁਕਤ ਦਾ ਕੋਈ ਮਤਲਬ ਨਹੀਂ ਸੀ ਇਹਦੇ 'ਚ। ਸਲਾਹ ਦੇਣ ਵਾਸਤੇ ਹਾਂ ਕਰੀ ਸੀ, ਪੰਜਾਬ ਦੇ ਹਿੱਤ 'ਚ ਕਰੀ ਸੀ। ਪਰ ਜਦ ਮੈਂ ਦੇਖਿਆ, ਹਾਲਾਂਕਿ ਮੈਨੂੰ ਪਹਿਲਾਂ ਵੀ ਪਤਾ ਸੀ ਮੇਰੇ 'ਤੇ ਅਟੈਕ ਕਰੀ ਜਾਂਦੇ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਤਾਂ ਬਹੁਤ ਅਟੈਕ ਜੀਵਨ ਝੱਲੇ ਨੇ, ਕਿਉਂਕਿ ਮੇਰੇ 'ਤੇ ਅਟੈਕ ਕਰਨ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ, ਮੇਰਾ ਇੰਡੀਵਿਜੂਅਲ ਹੀ ਹੋਊਗਾ। ਪਰ ਜਦ ਉਹਨਾਂ ਨੇ ਮੈਨੂੰ ਇੱਕ ਬਾਹਾਂ ਬਣਾ ਕੇ ਸਿੱਧੂ ਸਾਹਿਬ 'ਤੇ ਅਟੈਕ ਕਰਨਾ ਸ਼ੁਰੂ ਕਰਿਆ, ਜਾਂ ਕਾਂਗਰਸ ਨੇ ਆਪਦੀ ਇੰਟਰਨਲ ਪੋਲੀਟਿਕਸ ਸੈਟਲ ਕਰਨੀ ਸ਼ੁਰੂ ਕਰੀ, ਔਰ ਉਹਦੇ 'ਚ ਇਸ ਲੈਵਲ 'ਤੇ ਜਾਣ ਲੱਗੇ ਕਿ ਵੀ ਉਹ ਐਂਟੀ ਨੈਸ਼ਨਲ ਫਲਾਣਾ ਕਹਿਣ ਦੇ ਤੱਕ ਉਹ ਗੱਲਾਂ ਕਰਨ ਲੱਗੇ ਜਿਹੜੀਆਂ ਕਾਂਗਰਸ ਕਦੇ ਸੋਚ ਵੀ ਨਹੀਂ ਸਕਦੀ। ਜਿਹੜੀਆਂ ਕਦਰਾਂ ਕੀਮਤਾਂ ਕਾਂਗਰਸ ਦੀ ਲੀਡਰਸ਼ਿਪ ਨੇ ਸੈਟਲ ਕਰੀਆਂ ਸੀ, ਉਹਨਾਂ ਤੋਂ ਵੀ ਥੱਲੇ ਚਲੇ ਗਏ। ਸਰ ਇਹ ਗੱਲਾਂ ਕੌਣ ਕਰ ਰਿਹਾ ਸੀਗਾ? ਮੈਂ ਤੁਹਾਡੇ ਸਾਹਮਣੇ ਹੀ ਆ, ਅਖਬਾਰਾਂ 'ਚ ਆਇਆ। ਜਿਵੇਂ ਇਹਨਾਂ ਦੇ MP ਨੇ ਇੱਕ ਨੇ ਕਿਹਾ ਵੀ ਇਹਨਾਂ ਤਾਂ ਦੇਸ਼ ਨਿਕਾਲਾ ਦੇਣਾ ਚਾਹੀਦਾ। ਉਹਨਾਂ ਨੂੰ ਪੁੱਛੋ, ਤੁਹਾਨੂੰ ਪਤਾ ਵੀ ਜੇ ਦੇਸ਼ ਨਿਕਾਲੇ ਦੀ ਗੱਲ ਸਾਡੀ ਜੋ ਅਸੀਂ ਕਿਹਾ ਉਹਦੇ 'ਤੇ ਦੇਸ਼ ਨਿਕਾਲਾ ਕਰੋਗੇ ਤਾਂ ਫਿਰ ਤਾਂ 140 ਕਰੋੜ ਤੋਂ 70 ਕਰੋੜ ਨੂੰ ਬਾਹਰ ਕੱਢਣਾ ਪਊ। ਕਾਂਗਰਸ ਇਹ ਅਫੋਰਡ ਕਰ ਸਕਦੀ ਹੈ? ਦੱਸੇ ਉਹ MP, ਉਹਨੇ ਬਿਆਨ ਤਾਂ ਦਿੱਤਾ। ਉਹ MP ਦੱਸੇ ਕੌਣ ਸੀ MP? ਮੈਂ ਆਈ ਵਿਲ ਨਾਟ ਨੇਮ, ਉਹ ਪ੍ਰੈਸ 'ਤੇ ਆਇਆ ਹੋਇਆ। ਮੈਂ ਇਸ ਕੰਟਰੋਵਰਸੀ ਹੁਣ ਪੈਣਾ ਨਹੀਂ ਚਾਹੁੰਦਾ। ਸੋ ਜਦ ਇਹਨਾਂ ਦਾ ਕੈਪਟਨ ਸਾਹਿਬ ਨੇ ਗਲਤੀ ਕਰੀ। ਕੈਪਟਨ ਸਾਹਿਬ ਨੂੰ ਮੇਰੇ ਨਾਲ, ਮੈਂ ਕੈਪਟਨ ਸਾਹਿਬ ਮੁੱਖ ਮੰਤਰੀ ਐਡੇ ਵੱਡੇ ਨੇਤਾ, ਕਾਂਗਰਸ ਦੇ ਨੇਤਾ, ਉਹਨਾਂ ਨੂੰ ਮੇਰੇ ਨਾਲ ਇਸ ਗੱਲ 'ਤੇ ਕਰਨ ਦੀ ਕੀ ਲੋੜ ਸੀ? ਨਾ ਉਹਨਾਂ ਨੇ ਬਿਆਨ ਪੜ੍ਹਿਆ, ਮੈਂ ਕੀ ਕਿਹਾ ਕਸ਼ਮੀਰ ਦੇ ਮਾਮਲੇ 'ਤੇ ਜਾਂ ਪਾਕਿਸਤਾਨ ਦੇ ਮਾਮਲੇ 'ਤੇ। ਜੇ ਐਡਾ ਵੱਡਾ ਨੇਤਾ ਬਿਆਨ ਦਿੰਦਾ ਤਾਂ ਉਹ ਆਪਦੇ ਸਲਾਹਕਾਰਾਂ ਨੂੰ, ਜਿਹੜੇ ਉਹਦੇ ਪੇਡ ਸਲਾਹਕਾਰ ਸੀਗੇ, ਜਿਹੜੇ ਚੰਗੇ ਤਨਖਾਹਾਂ ਲੈਂਦੇ ਸੀ, ਉਹਨੂੰ ਬੁਲਾ ਕੇ ਪੁੱਛਦਾ ਵੀ ਦਿਖਾਓ ਕਿਹੜਾ ਬਿਆਨ ਹੈ, ਆਪ ਪੜ੍ਹ ਦੇ। ਕਿਉਂਕਿ ਇੱਕ ਬਿਆਨ ਮੁੱਖ ਮੰਤਰੀ ਦੇ ਰਿਹਾ ਹੈ, ਔਰ ਮੁੱਖ ਮੰਤਰੀ ਮਾਇਨੇ ਨੇ ਮੁੱਖ ਮੰਤਰੀ ਦੇ ਬਿਆਨ ਦੇ। ਹਾਂ, ਮੁੱਖ ਮੰਤਰੀ ਕਿਹਦੇ ਖਿਲਾਫ ਦੇ ਰਿਹਾ? ਇੱਕ ਛੋਟੇ ਜਿਹੇ ਬੰਦੇ ਦੇ ਖਿਲਾਫ, ਜਿਹਦਾ ਕੋਈ ਵਜੂਦ ਹੀ ਨਹੀਂ ਖਾਸ। ਪਹਿਲੀ ਗੱਲ ਤਾਂ ਉਹਨਾਂ ਨੇ ਮੁੱਖ ਮੰਤਰੀ ਨੂੰ ਮੇਰੇ ਬਰਾਬਰ ਲਿਆ ਕੇ ਖੜਾ ਕਰਤਾ। ਮੈਨੂੰ ਕਿਸੇ ਨੇ ਪੁੱਛਿਆ, ਮੀਡੀਆ ਵਾਲੇ ਨਹੀਂ, ਕਹਿੰਦਾ ਜੀ ਬੜਾ ਅੱਜ ਕੱਲ੍ਹ ਛਾਏ ਹੋਏ ਹੋ ਪ੍ਰੈਸ 'ਚ। ਮੈਂ ਕਿਹਾ ਤਾਂ ਪਤਾ ਨਹੀਂ ਹੁਣ ਮੁੱਖ ਮੰਤਰੀ ਮੇਰੇ ਬਰਾਬਰ ਆਇਆ ਜਾਂ ਮੈਂ ਮੁੱਖ ਮੰਤਰੀ ਦੇ ਬਰਾਬਰ ਜਾ ਰਿਹਾ। ਤੁਹਾਨੂੰ ਇਹ ਕਰਦੀ ਕੀ ਹੈ? ਜਿੱਦੇ ਮੁੱਖ ਮੰਤਰੀ ਨੇ, ਉੱਦੇ ਤਾਂ ਮੈਂ ਨਵਜੋਤ ਸਿੱਧੂ ਦਾ ਸਲਾਹਕਾਰ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਨਵਜੋਤ ਸਿੱਧੂ ਨੇ ਪਟਿਆਲਾ ਦਫ਼ਤਰ ਖੋਲ੍ਹਿਆ, ਕੋਈ ਨਹੀਂ ਮੇਰੇ ਬਰਾਬਰ ਚੋਣ ਡਾਡੇ। ਮੈਨੂੰ ਮੀਡੀਆ ਨੇ ਪੁੱਛਿਆ, ਮੈਂ ਕਿਹਾ ਮੁੱਖ ਮੰਤਰੀ ਨੇ ਆਪ ਹੀ ਉਹਨੂੰ ਬਰਾਬਰ ਖੜਾ ਕਰ ਰਿਹਾ। ਜਦ ਤੁਸੀਂ, ਤੁਹਾਡਾ ਇੱਕ ਕੱਦ ਉੱਚਾ ਹੈ, ਮੈਂ ਉਹਨੂੰ ਬਰਾਬਰ ਖੜਾ ਕਰਨਾ, ਠੀਕ ਹੈ ਨਾ? ਇੱਕ ਦੂਜੀ ਗੱਲ ਕੀ ਹੋਈ, ਫਿਰ ਇਹਨਾਂ ਦਾ ਆਪਦਾ ਕੱਟਾ-ਕੱਟੀ ਚੱਲ ਰਿਹਾ ਸੀ, ਰੱਸਾ-ਕੱਸ਼ੀ ਚੱਲ ਰਹੀ ਸੀ ਰੋਜ਼ ਹੀ। ਉਹ ਇਹਨਾਂ ਦੀ ਇੰਟਰਨਲ ਪਾਰਟੀ ਦਾ ਮਾਮਲਾ ਹੈ। ਉਹਦੇ ਵਿੱਚ
ਮੈਂ ਦੇਖਿਆ ਵੀ ਇਹ ਜਿਹੜਾ ਵੀ ਮੇਰੀ ਤਾਂ ਆਜ਼ਾਦੀ ਹੈ ਇੱਕ ਬੋਲਣ ਦੀ, ਮੈਂ ਤਾਂ ਰੋਜ਼ ਹੀ ਮੈਂ ਕਿਹਾ ਅੱਜ ਬੋਲਦਾ, ਜਾਂ ਤਾਂ ਉਹ ਤਾਂ ਕਹਿਣ ਵੀ ਇਹਦੇ ਬਣੇ ਤੋਂ ਬਾਅਦ ਇਹਨੇ ਆਹ ਬਦਲ ਲਿਆ ਆਪਦੇ ਆਪ ਨੂੰ, ਫਿਰ ਤਾਂ ਮੰਨਿਆ ਜਾ ਸਕਦਾ। ਜੇ ਮੈਂ ਉਹ ਪਹਿਲਾਂ ਵੀ ਬੋਲਦਾ, ਮੇਰੇ ਔਨ ਰਿਕਾਰਡ ਬਿਆਨ ਨੇ, ਅਸੀਂ ਤਾਂ ਕਸ਼ਮੀਰ ਦੇ ਮਾਮਲੇ 'ਚ ਤੁਸੀਂ ਜਾ ਕੇ ਆਏ, ਧਰਨਾ ਮਾਰਿਆ ਸੀ ਮਾਧੋਪੁਰ ਹੈੱਡਵਰਕਸ 'ਤੇ, ਸਾਰਾ ਪ੍ਰੈਸ ਦੇ ਵਿੱਚ ਹੈ, ਉਹ ਮੀਡੀਆ 'ਚ ਹੈ। ਪਹਿਲਾਂ ਵੀ ਤੁਸੀਂ ਇਸ ਮਸਲੇ ਤੇ ਲਗਾਤਾਰ ਬਿਆਨ ਦਿੰਦੇ ਹੋ, ਹੁਣ ਬਿਆਨ ਦੀ ਵਜ੍ਹਾ ਇਹ ਤਾਂ ਨਹੀਂ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਤੁਹਾਡੇ ਨਾਮ ਨਾਲ ਜੁੜ ਗਿਆ, ਇਸ ਵਜ੍ਹਾ ਕਰਕੇ ਇੱਥੇ ਤੱਕ ਗੱਲ ਆ ਗਈ? ਨਹੀਂ, ਮੈਂ ਇਹੀ ਆ ਰਿਹਾ ਨਾ, ਇਹੀ ਆ ਰਿਹਾ, ਜੁੜ ਗਿਆ ਨਹੀਂ। ਉਹਨਾਂ ਨੇ ਕਰਨਾ ਕੀ ਸ਼ੁਰੂ ਕਰਿਆ, ਉਹਨਾਂ ਨੇ ਮੇਰੇ ਬਿਆਨਾਂ ਨੂੰ ਵਰਤ ਕੇ ਆਪਦੀ ਲੜਾਈ ਸੈਟਲ ਕਰਨੀ ਸ਼ੁਰੂ ਕਰੀ। ਵਿਰੋਧੀ ਪਾਰਟੀਆਂ ਨੇ ਵੀ, ਕਾਂਗਰਸ ਦੇ ਅੰਦਰ ਦੇ ਵਿਰੋਧ ਨੇ ਵੀ, ਇੰਟਰਨਲ ਵੀ ਐਕਸਟਰਨਲ ਵੀ। ਮੈਂ ਉਹਦੇ ਵਿੱਚ ਕਿਉਂ ਹਿੱਸਾ ਬਣਾ ਬਈ? ਸੋ ਮੈਂ ਉਹਦੀ ਫੈਸਲਾ ਕਰ ਲਿਆ ਕਿ ਮੈਂ ਨਹੀਂ ਰਹਿਣਾ। ਪਰ ਜੇ ਮੈਂ ਉਦੋਂ ਛੱਡਦਾ, ਮਾਡੀ ਸਾਹਿਬ ਨੇ ਛੱਡਤਾ, ਬਿਲਕੁਲ ਮੈਂ ਨਹੀਂ ਛੱਡਿਆ। ਜੇ ਮੈਂ ਉਦੋਂ ਇਹ ਆਪਦੀ ਕੰਸੈਂਟ ਵਿਡਰਾ ਕਰਦਾ ਤਾਂ ਕੀ ਨੁਕਸਾਨ ਹੋਣਾ ਸੀ? ਜੇ ਤਾਂ ਜਦ ਸਿੱਧੂ ਸਾਹਿਬ ਦਾ ਅਪਰ ਹੈਂਡ ਸੀ ਉਦੋਂ ਵਿਡਰਾ ਕਰਦਾ, ਉਹ ਕਹਿੰਦੇ ਲਓ ਜੀ ਇਹਨਾਂ ਦਾ ਇੱਕ ਸਲਾਹਕਾਰ ਛੱਡ ਗਿਆ, ਹੁਣ ਇਹ ਕਮਜ਼ੋਰ ਹੋ ਗਏ। ਬਿਲਕੁਲ। ਜੇ ਉਹਨਾਂ ਦਾ ਫਰਜ਼ ਕੋਲ ਸੱਦੇ ਸੀ ਕੰਮ, ਉਦੋਂ ਉਹ ਕਹਿੰਦੇ ਹੋਰ ਸੱਦਿਆ ਗਿਆ। ਸੋ ਮੈਂ ਉਸ ਲੜਾਈ 'ਚ ਉਹਨਾਂ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੇਰੇ ਛੱਡਣ ਦਾ ਇੱਕ ਮਤਲਬ ਹੈਗਾ, ਚਾਹੇ ਉਹ 1% ਹੀ ਹੋਵੇ। ਅਤੇ ਹੁਣ ਜਦ ਫੈਸਲਾ ਹੋ ਚੁੱਕਿਆ, ਮੁੱਖ ਮੰਤਰੀ ਸਾਹਿਬ ਨੇ ਸਹੁੰ ਚੁੱਕ ਲਈ, ਸਿੱਧੂ ਸਾਹਿਬ ਜੋ ਉਹਨਾਂ ਦੀ ਚੱਲਦੀ ਰਹੀ, ਹੁਣ ਉਹ ਜਿੱਤ 'ਚ ਸੀਗੇ। ਕਿਸੇ ਬੰਦੇ ਨੂੰ ਜਦ ਜਿੱਤ 'ਚ ਹੋਵੇ ਉਦੋਂ ਛੱਡੀਦਾ, ਜਦ ਹਾਰ 'ਚ ਹੋਵੇ। ਜੇ ਗੱਲ ਕੀਤੀ ਉਸ ਸਮੇਂ ਤਾਂ ਉਹ ਆ ਕੇ ਨਾਲ ਬਹਿ ਜਾਂਦੇ, ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਨੇ। ਹਾਂਜੀ, ਚੜ੍ਹਦੇ ਸੂਰਜ ਨੂੰ ਸਲਾਮਾਂ ਕਰਾਂ। ਮੇਰੀ ਆਦਤ ਉਲਟੀ ਹੈ। ਮੈਂ ਇੱਕ ਕਲਕੱਤੇ ਇੱਕ ਟ੍ਰੇਨਿੰਗ 'ਤੇ ਗਿਆ, ਉੱਥੇ ਉਹਨਾਂ ਨੇ ਦੱਸਿਆ, ਮੈਂ ਤਾਂ ਮੱਛੀ ਖਾਂਦਾ ਨਹੀਂ, ਪਰ ਮੈਨੂੰ ਪਤਾ ਨਹੀਂ, ਉਹ ਕਹਿੰਦੇ ਜੀ ਆਹ ਇੱਕ ਛੋਟੀ ਜਿਹੀ ਮੱਛੀ ਹੁੰਦੀ ਹੈ, ਇਹ ਸਵਾਦ ਬੜੀ ਹੁੰਦੀ ਹੈ। ਅਤੇ ਮੈਂ ਕਿਹਾ ਸਵਾਦ ਕੀ ਹੁੰਦੀ ਹੈ? ਖਾਂਦਾ ਤਾਂ ਮੈਂ ਹੈ ਨਹੀਂ, ਨਾ ਮੈਨੂੰ ਪਤਾ ਹੈ, ਨਾ ਮੈਂ ਖਾਧੀ ਹੈ ਕਦੇ। ਕਹਿੰਦੇ ਇਹ ਤਾਂ ਸਵਾਦ ਹੈ ਵੀ ਪਾਣੀ ਦੇ ਵਹਾਅ ਦੇ ਉਲਟ ਚੱਲਦੀ ਹੈ। ਅੱਛਾ ਜੀ। ਜਿਹੜੀਆਂ ਵਹਾਅ ਦੇ ਨਾਲ ਚੱਲਦੀਆਂ ਐਡੀਆਂ ਮੋਟੀਆਂ ਹੋਈਆਂ ਹੁੰਦੀਆਂ ਨੇ, ਪਰ ਉਹ ਸਵਾਦ ਨਹੀਂ ਹੁੰਦੀਆਂ। ਸੋ ਮੈਂ ਆਖਿਆ ਵੀ ਆਪਾਂ ਪਾਣੀ ਦੇ ਵਹਾਅ ਦੇ ਉਲਟ ਹੀ ਚੱਲ ਰਹੇ ਹਾਂ। ਸੋ ਇਹ ਪਾਣੀ ਦੇ ਵਹਾਅ ਦੇ ਉਲਟ ਚੱਲਣਾ ਹੈ, ਹਰੇਕ ਬੰਦਾ ਸੋਚਦਾ। ਮੈਨੂੰ ਕਈ ਆਏ ਨੇ ਵੀ ਹੈ ਸਟ੍ਰੇਂਜ, ਵੈਨ ਹੀ ਇਜ਼ ਇਨ ਪਾਵਰ ਯੂ ਆਰ ਲਿਵਿੰਗ, ਵੈਨ ਹੀ ਵਾਜ਼ ਸਟਰਗਲਿੰਗ ਯੂ ਆਰ ਵਿਦ ਹਿਮ। ਮੈਂ ਕਿਹਾ ਹਾਂ ਇਹੀ ਹੈ, ਪਾਵਰ ਤੋਂ ਮੈਂ ਲੈਣਾ ਕੀ ਹੈ? ਮੈਂ ਉਹਨਾਂ ਨੂੰ ਜਿਹੜੀ ਚਿੱਠੀ ਲਿਖੀ ਹੈ ਉਹਦੇ ਵਿੱਚ ਮੈਂ ਲਿਖਿਆ ਵੀ ਮੈਂ ਤੁਹਾਨੂੰ ਹਾਂ ਇਸ ਕਰਕੇ ਕਰੀ ਸੀ ਕਿ ਤੁਹਾਡੀ ਕਮਿਟਮੈਂਟ 'ਤੇ ਮੈਨੂੰ ਯਕੀਨ ਸੀ, ਜਿੱਦਾਂ ਦੀ ਤੁਸੀਂ ਗੱਲ ਕਰਦੇ ਸੀ। ਫਿਰ ਜਦ ਅਸੀਂ ਆਪਸ ਵਿੱਚ ਗੱਲ ਕਰੀ, 3 ਘੰਟੇ ਕੋਈ ਸੁਣਦਾ ਕਿਸੇ ਦੀ ਗੱਲ? ਸਿੱਧੂ ਸਾਹਿਬ ਕੋਲ ਟਾਈਮ ਹੋਏਗਾ? ਉਹ ਪੈਨ ਪੈਡ ਲੈ ਕੇ ਲਿਖਣ ਨੂੰ ਤਿਆਰ ਸੀ, ਸਭ ਕੁਝ। ਨਵਜੋਤ ਸਿੰਘ ਸਿੱਧੂ? ਹਾਂ, ਵੀ ਮੈਂ ਆਪ ਲਿਖਣਾ, ਕੋਈ ਸਟੈਨੋ ਨਹੀਂ ਬੁਲਾਇਆ। ਅੱਛਾ ਜੀ। ਹਾਂ, ਵੀ ਮੈਂ ਲਿਖਣਾ, ਤੁਸੀਂ ਬਿਲਕੁਲ ਨਵੀਂ ਗੱਲ ਆ, ਪਹਿਲੀ ਵਾਰੀ ਸੁਣਨ ਹਾਂ, ਤੁਸੀਂ ਬੋਲੋ ਮੈਂ ਲਿਖਦਾ। ਮੈਂ ਆਖਿਆ ਤੁਸੀਂ ਲਿਖਣ 'ਤੇ ਟਾਈਮ ਨਾ ਲਾਓ, ਕਿਉਂਕਿ ਫਿਰ ਆਪਣੀ ਗੱਲ ਘੱਟ ਹੋਊਗੀ। ਤੁਸੀਂ ਐਂ ਕਰੋ, ਇੱਥੇ ਵੀਡੀਓ ਲਾ ਲਓ, ਵੀਡੀਓਗ੍ਰਾਫੀ ਹੋਈ ਹੈ ਸਾਰੀ। ਅੱਛਾ ਜੀ। ਹਾਂ, ਉਹ ਪਹਿਲੀ ਮੀਟਿੰਗ ਦੀ ਗੱਲ ਹੈ? ਪਹਿਲੀ ਮੀਟਿੰਗ ਦੀ, ਪਟਿਆਲੇ ਹੋਈ ਸੀ। ਉਹ ਪੂਰੀ ਰਿਕਾਰਡ ਹੋਈ ਹੈ 3 ਘੰਟੇ। ਫਿਰ ਕਹਿੰਦੇ ਵੀ ਖਾਣਾ ਲੱਗ ਗਿਆ, ਖਾਣਾ ਖਾ ਲਈਏ। ਮੈਂ ਕਿਹਾ ਜੀ ਖਾਣਾ, ਮੈਂ ਤਾਂ ਆਪਦੀ ਰੋਟੀ ਨਾਲ ਲੈ ਕੇ ਆਇਆ, ਅਤੇ ਮੇਰੀ ਰੋਟੀ 'ਚ ਹੈਗੀ 4 ਜਾਂ ਭਿੰਡੀਆਂ ਦੀ ਸਬਜ਼ੀ ਹੋਣੀ ਹੈ। ਅਤੇ ਜੇ ਤਾਂ ਤੁਹਾਨੂੰ ਤੁਹਾਡੇ ਟੇਬਲ 'ਤੇ ਲੱਗਦਾ ਵੀ ਕੋਈ ਐਵੇਂ ਫੋਟੋ ਲੈ ਕੇ ਲਾ ਦਿਓ, ਇਹਦਾ ਸਲਾਹਕਾਰ ਇਹੋ ਜਿਹੀ ਰੋਟੀ ਖਾਂਦਾ ਹੈ, ਫਿਰ ਮੈਂ ਉੱਥੇ ਨਹੀਂ ਬਹਿੰਦਾ, ਮੈਂ ਕਿਤੇ ਹੋਰ ਖਾ ਲੈਣਾ ਬਹਿ ਕੇ। ਨਹੀਂ ਕਹਿੰਦੇ ਸਰ ਤੁਸੀਂ ਆਪਣਾ ਜੋ ਖਾਣਾ ਆਪਦਾ ਖਾਓ, ਕੋਈ ਚੱਕਰ ਨਹੀਂ ਹੈ। ਅਤੇ ਰੋਟੀ ਖਾਧੀ, ਫਿਰ ਚਰਚਾ ਕਰੀ। ਦੂਜੀ ਗੱਲ ਉਹਨਾਂ 'ਚ ਮੈਂ ਜਿਹੜੀ ਦੇਖੀ ਉਸ ਵਕਤ, ਉਹਨਾਂ ਨੇ ਜੋ ਪਲਾਨ ਦੱਸਿਆ ਵੀ ਮੈਂ ਪੰਜਾਬ ਨੂੰ ਕਿਵੇਂ ਚਾਹੁੰਦਾ ਵੀ ਐਂ ਹੋਵੇ, ਉਹ ਮੈਂ ਜਾਂ ਤਾਂ ਪੁਰਾਣੇ ਲੀਡਰਾਂ 'ਚ ਦੇਖਿਆ ਸੀ, ਜਾਂ ਹੁਣ ਯੰਗਰ ਜਨਰੇਸ਼ਨ 'ਚ ਨਵਜੋਤ ਸਿੰਘ ਸਿੱਧੂ ਦਾ ਵਿਜ਼ਨ ਦੇਖਿਆ। ਮੈਂ ਕਹਿੰਦਾ ਕੱਲ੍ਹ ਨੂੰ ਲਾਗੂ ਹੁੰਦਾ ਨਹੀਂ ਹੁੰਦਾ, ਜੋ ਮਰਜ਼ੀ ਹੋਵੇ। ਡਾਕਟਰ ਸਾਹਿਬ ਕੋਈ ਸ਼ੇਅਰ ਕਰਨਾ ਚਾਹੋਗੇ ਕਿਸ ਤਰ੍ਹਾਂ ਦਾ ਵਿਜ਼ਨ ਦੀ ਗੱਲ? ਵਿਜ਼ਨ ਦੀ ਮੈਂ ਗੱਲ ਦੱਸਦਾ। ਅੱਜ ਪੂਰੇ ਮੁਲਕ ਦੇ ਵਿੱਚ ਇਹ ਹੋ ਰਿਹਾ ਵੀ ਸਭ ਕੁਝ ਵੇਚ ਦਿਓ, ਸਰਕਾਰੀ ਸਾਰਾ ਘਾਟੇ 'ਚ ਜਾ ਰਿਹਾ ਹੈ। ਕਾਰਪੋਰੇਸ਼ਨਾਂ ਵੇਚ ਦਿਓ, ਬੋਰਡ ਵੇਚ ਦਿਓ, ਠੀਕ ਹੈ। ਹਾਂ, ਉਹ ਕਹਿੰਦੇ ਨੇ ਵੀ ਜਿਹੜਾ ਜਿਵੇਂ ਸ਼ਰਾਬ ਹੈ, ਰੇਤਾ ਹੈ, ਬਜਰੀ ਹੈ, ਅਤੇ ਜਿਹੜਾ ਕੇਬਲ ਹੈ, ਇੱਦਾਂ ਹੋਰ ਕਈ ਗੱਲਾਂ ਉਹਨਾਂ ਨੇ ਕਹੀਆਂ, ਟਰਾਂਸਪੋਰਟ ਹੈ, ਇਹ ਮਾਫੀਆ ਚੱਲ ਰਹੇ ਨੇ। ਮਾਫੀਆ ਦੀ ਗੱਲ ਜੋ ਪਹਿਲਾਂ ਵੀ ਕਰਦੇ ਆਏ ਨੇ ਉਹ? ਜੇ ਨਹੀਂ, ਉਹ ਕਹਿੰਦੇ ਇਹਨਾਂ ਦੀਆਂ ਉਹਨਾਂ ਨੇ ਮਾਫੀਆ ਲਫ਼ਜ਼ ਨਹੀਂ ਵਰਤਿਆ। ਅੱਛਾ ਜੀ। ਉਹਨਾਂ ਨੇ ਕਿਹਾ ਕਾਰਪੋਰੇਸ਼ਨਾਂ ਇਹਨਾਂ ਦੀਆਂ ਬਣਾਈਆਂ ਜਾਣ, ਉਹਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਚੰਗਾ ਆਨਰੇਬਲ ਜੋਬ ਦਿੱਤਾ ਜਾਵੇ, ਔਰ ਸੱਚੀ ਮੁੱਚੀ ਆਨਰੇਬਲ ਡਿਫਾਈਨ ਕਰੇ ਵੀ ਘੱਟੋ ਘੱਟ 50,000 ਤਨਖਾਹ ਦਿੱਤੀ ਜਾਵੇ, ਨਵੇਂ ਬੰਦਿਆਂ ਨੂੰ ਨੌਕਰੀਆਂ ਦੇ ਕੇ, ਕਾਰਪੋਰੇਸ਼ਨ ਬਣਾ ਕੇ। ਲੋਕਾਂ ਨੂੰ ਸਸਤਾ ਦਿੱਤਾ ਜਾਵੇ ਸਮਾਨ, ਖਜ਼ਾਨੇ 'ਚ ਪੈਸਾ ਆਵੇ, ਟੈਕਸ ਦਾ ਵੀ। ਮੈਂ ਕਿਹਾ ਆਊ ਕਿੱਥੋਂ? ਕਹਿੰਦੇ ਜਿਹੜਾ ਪੈਸਾ ਜੇਬਾਂ 'ਚ ਜਾ ਰਿਹਾ, ਦੇਖੋ ਕਿੰਨਾ ਸਿੱਧਾ ਓਪਨ। ਉਹ ਰੋਕਿਆ ਕਿਵੇਂ ਜਾ ਸਕਦਾ? ਨਹੀਂ, ਉਹੀ ਕਾਰਪੋਰੇਸ਼ਨ ਬਣਾ ਕੇ ਰੋਕਣ ਦੀ ਗੱਲ ਕਰਦੇ ਨਾ, ਵੀ ਬਿਨਾਂ ਕਾਰਪੋਰੇਸ਼ਨ ਦੇ ਪ੍ਰਾਈਵੇਟ ਕਰ ਰਿਹਾ ਸਾਰਾ ਕੁਝ, ਉਹ ਜੇਬ 'ਚ ਜਾ ਰਿਹਾ। ਉਹ ਜਿਹੜਾ ਇੱਕ ਬੰਦੇ ਦੀ ਜੇਬ 'ਚ ਜਾ ਰਿਹਾ, ਉਹ ਮੈਂ 3 ਪਾਸੇ ਵੰਡ ਦੇਣਾ, ਕਾਰਪੋਰੇਸ਼ਨ ਬਣਾ ਕੇ, ਕੁਝ ਮੁਲਾਜ਼ਮ ਬੰਦੇ ਨੂੰ ਨੌਕਰੀ ਦੇ ਕੇ, ਕੁਝ ਖਜ਼ਾਨੇ 'ਚ ਪੈਸਾ ਲਿਆ ਕੇ, ਕੁਝ ਜਿਹੜੇ ਲੋਕਾਂ ਨੂੰ ਸਸਤਾ ਦੇ ਕੇ। ਇਹ ਮੈਨੂੰ ਤਾਂ ਜੱਚਦਾ ਹੈ ਕਿ ਮੈਂ ਯੂਨੀਵਰਸਿਟੀ 'ਚ ਕਰਿਆ। ਮੈਂ ਜਿੱਥੇ ਵੀ ਗਿਆ, ਹਸਪਤਾਲ ਦੇ ਵਿੱਚ ਇੱਕ ਵਾਰੀ ਬਾਦਲ ਸਾਹਿਬ ਸਾਡੇ ਕੋਲ ਆ ਗਏ, ਮੰਤਰੀ ਸੀਗੇ, ਉਹਨਾਂ ਦੇ ਇੱਥੇ ਸੱਟ ਲੱਗੀ ਹੋਈ, ਪਹਿਲਾਂ ਤੋਂ ਲਾਈਨ 'ਚ ਖੜੇ ਰਹੇ। ਤੁਸੀਂ ਮੰਨੋਗੇ ਵੀ ਪੰਜਾਬ ਦਾ ਐਡਾ ਵੱਡਾ ਨੇਤਾ
ਲਾਈਨ 'ਚ ਖੜਾ ਰਹੇ। ਜਦੋਂ ਬੈਠੇ ਮੈਂ ਦੇਖਿਆ ਹੁਣ ਮੈਂ ਤਾਂ ਆਪਦੇ ਮਰੀਜ਼ ਦੇਖ ਰਿਹਾ, ਮੈਨੂੰ ਪਤਾ ਹੀ ਨਹੀਂ। ਮੈਂ ਦੇਖਿਆ ਬੈਠ ਸਾਹਿਬ ਬੈਠੇ ਨੇ ਸਟੂਲ 'ਤੇ। ਮੈਂ ਸਰ ਤੁਸੀਂ ਤਾਂ ਆ ਜਾਓ। ਨਹੀਂ ਡਾਕਟਰ ਸਾਹਿਬ ਮੈਨੂੰ ਪਤਾ ਹੈ ਤੁਸੀਂ ਲਾਈਨ 'ਚ ਹੀ ਦੇਖਦੇ ਹੋ। ਉਹ ਇੱਥੇ ਸੱਟ ਲੱਗੇ ਸੀ ਉਹਨਾਂ ਦੇ। ਮੈਂ ਦਵਾਈ ਲਿਖਤੀ। ਮੈਂ ਕਿਹਾ ਸਰ ਇੱਥੇ ਦਵਾਈ ਤਾਂ ਸਾਰੇ ਆਉਂਦੀ ਹੈ, ਹੈਗੀ ਆ ਸਾਡੇ ਕੋਲੇ, ਪਰ ਤੁਹਾਨੂੰ ਪਤਾ ਇਹ ਤਾਂ ਗਰੀਬਾਂ ਵਾਸਤੇ ਹੈ। ਹਾਂ ਕਾਕਾ ਰਮਨ ਜਾ ਬਾਜ਼ਾਰ ਤੋਂ ਖਰੀਦ ਕੇ ਲਿਆ। ਮੈਂ ਉਹ ਨੇਤਾ ਦੇਖੇ ਨੇ। ਅੱਛਾ ਜੀ। ਸੋ ਨਵਜੋਤ ਸਿੰਘ ਸਿੱਧੂ 'ਚ ਵੀ ਉਹ ਕੁਆਲਿਟੀ ਹੈ। ਹਾਂ ਮੈਂ ਉਹ ਕੁਆਲਿਟੀ ਦੇਖੀ ਹੈ। ਮੈਂ ਉਹ ਕੁਆਲਿਟੀ ਦੇਖੀ ਹੈ ਸੈਕੂਲਰਿਜ਼ਮ ਦੀ। ਇੱਕ ਉਹਨਾਂ ਨੇ ਇੱਕ ਵਾਰੀ ਸੈਮੀਨਾਰ ਕਰਿਆ, ਉਹ 'ਚ ਮੈਂ ਵੀ ਸੀ। ਉੱਥੇ ਮੈਂ ਗੱਲ ਕਰੀ। ਉਹਨਾਂ ਕਿਹਾ ਹਾਂ ਦੇਖੋ ਬਥੇਰੇ ਲੋਕ ਪੂਜਾ ਪਾਠ ਕਰਦੇ ਪਰ ਜਿਹੜੀ ਡਾਕਟਰ ਗਰਗ ਨੇ ਗੱਲ ਕਹੀ ਹੈ, ਇਹ ਕਹਿੰਦੇ ਨੇ ਵੀ ਪੂਜਾ ਪਾਠ ਨਾਲ ਲੋਕਾਂ ਦੀਆਂ ਬਿਮਾਰੀਆਂ ਤਾਂ ਕਦੇ ਦੂਰ ਹੋਈਆਂ ਨਹੀਂ। ਉਹ ਲੱਗਦਾ ਵੀ ਇਹ ਵੀ ਹੋਈਆਂ ਨਹੀਂ, ਇਹ ਫਿਰ ਕਿਵੇਂ ਹੈ? ਪਰ ਉਹ ਬੰਦੇ ਜਿਹੜੇ ਸੈਕੂਲਰ ਨੇਚਰ ਦੇ ਸੀ ਮੈਂ ਦੇਖੇ ਨੇ। ਮੈਂ ਕਾਂਗਰਸ 'ਚ ਵੀ ਦੇਖੇ ਨੇ, ਕਮਿਊਨਿਸਟਾਂ 'ਚ ਵੀ, ਅਕਾਲੀਆਂ 'ਚ ਵੀ, ਅਤੇ ਆਪ ਤਾਂ ਆਯੂ ਹੋਣਾ। ਸੋ ਮੈਂ ਨੇਤਾ ਚੰਗੇ ਦੇਖੇ ਨੇ ਜਿਹੜੇ ਦੇਸ਼ ਵਾਸਤੇ ਸੱਚਮੁੱਚ ਕੁਝ ਉਹ ਕਰ ਸਕੇ ਜਾਂ ਨਾ ਕਰ ਸਕੇ, ਇਹਦੇ 'ਚ ਨਹੀਂ ਮੈਂ ਕਹਿੰਦਾ ਹਰੇਕ ਬੰਦਾ ਸਫਲ ਨਹੀਂ ਹੁੰਦਾ। ਗੱਲ ਕਰ ਲੈਂਦੇ ਸਲਾਹਕਾਰ ਦੇ ਤੌਰ ਤੇ ਤੁਹਾਡਾ ਸਫ਼ਰ ਬਹੁਤ ਛੋਟਾ ਰਿਹਾ। ਕਿੰਨੀ ਕੁ ਵਾਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਹੋਈ? ਕਿਸ ਤਰ੍ਹਾਂ ਦੀ? ਇੱਕ ਦਾ ਮੁਲਾਕਾਤ ਆਪਾਂ ਜ਼ਿਕਰ ਕਰ ਲਿਆ, 3 ਘੰਟੇ ਚੱਲੀ ਖੁਦ ਲਿਖਣ ਲੱਗ ਪਏ। ਇਸ ਤੋਂ ਇਲਾਵਾ ਹੋਰ ਕਿੰਨੀ ਵਾਰੀ ਮੁਲਾਕਾਤ ਜਾਂ ਫੋਨ ਤੇ ਰਾਬਤਾ ਹੋਇਆ? ਇੱਕ ਵਾਰੀ ਉਹਨਾਂ ਨੇ ਕਈ ਦਿਨਾਂ ਬਾਅਦ ਫੋਨ ਤੇ ਪੁੱਛਿਆ। ਮਾਦੀ ਸਾਹਿਬ ਤੋਂ ਰਿਜ਼ਾਈਨ ਕਰ ਚੁੱਕੇ ਸੀ, ਮੈਂ ਹੈਗਾ ਸੀ, ਅਤੇ ਉਹਨਾਂ ਨੇ ਮੈਨੂੰ ਫੋਨ ਤੇ ਪੁੱਛਿਆ ਕਿ ਆਹ ਡਾਟਾ ਮੈਨੂੰ ਚਾਹੀਦਾ ਇਹਨਾਂ ਇਸ਼ੂਜ਼ ਦੇ ਉੱਤੇ। ਉਹ ਇਸ਼ੂ ਫਿਰ ਮੈਂ ਵਿੱਚ ਲਿਖਿਆ, ਮੈਂਸ਼ਨ ਕਰਿਆ ਆਪਦੀ ਚਿੱਠੀ 'ਚ ਕਿ ਜਦ ਤੁਸੀਂ ਮੈਨੂੰ ਦੁਬਾਰਾ ਪੁੱਛਿਆ ਮੈਨੂੰ ਹੋਰ ਇੰਪਰੈਸ਼ਨ ਹੋ ਗਿਆ ਵੀ ਤੁਸੀਂ ਤਾਂ ਕਮਾਲ ਦਾ ਕਰਦੇ ਹੋ, ਕਿਉਂਕਿ ਤੁਸੀਂ ਇਸ਼ੂ ਪੁੱਛਦੇ ਹੋ। ਤੁਸੀਂ ਮੈਨੂੰ ਉੱਥੇ ਨਾ ਤਾਂ ਕਾਂਗਰਸ ਦੀ ਅੰਦਰਲੀ ਡਿਵੀਜ਼ਨ ਬਾਰੇ ਕੋਈ ਗੱਲ ਕਰੀ ਹੈ, ਨਾ ਜਿਹੜੇ ਰਾਵਤ ਸਾਹਿਬ ਕਹਿ ਰਹੇ ਸੀ ਜਾਂ ਕੋਈ ਹੋਰ ਕਹਿ ਰਹੇ ਸੀ ਉਹਨਾਂ ਬਾਰੇ ਕੋਈ ਗੱਲ ਕਰੀ ਹੈ। ਤੁਸੀਂ ਗੱਲ ਕਰੀ ਹੈ ਵੀ ਆਪਾਂ ਪੰਜਾਬ ਨੂੰ, ਤੁਸੀਂ ਦੇਖੋ ਮੁੱਦਾ ਕੀ ਕਹਿੰਦੇ ਨੇ। ਉਹ ਕਹਿੰਦੇ ਵੀ ਸ਼ਹਿਰਾਂ ਦੇ ਵਿੱਚ ਵਿਕਾਸ ਤਾਂ ਹੋਣਾ ਹੈ ਜੇ ਸ਼ਾਂਤੀ ਹੋਵੇ, ਅਤੇ ਵਪਾਰੀ, ਦੁਕਾਨਦਾਰ, ਇੰਡਸਟਰੀਲਿਸਟ ਉਹ ਪੈਸਾ ਲਾਉਣ ਨੂੰ ਤਿਆਰ ਨਹੀਂ ਜਿੰਨਾ ਚਿਰ ਉਹਨੂੰ ਸ਼ਾਂਤੀ ਦਾ ਯਕੀਨ ਨਾ ਹੋਵੇ। ਇਹ ਆਪਾਂ ਕਿਵੇਂ ਕਰੀਏ? ਪਿੰਡਾਂ ਦੇ ਵਿੱਚ ਭਾਈਚਾਰਾ ਮਸਾਂ ਬਣਿਆ ਮਾੜਾ ਮੋਟਾ ਲਹਿਰ ਨਾਲ, ਅਤੇ ਇਹ ਭਾਈਚਾਰਾ ਮੇਨਟੇਨ ਕਿਵੇਂ ਕਰਿਆ ਜਾਵੇ? ਹੁਣ ਤੁਸੀਂ ਦੱਸੋ ਕਿਹੜਾ ਸਿਆਸਤਦਾਨ ਹੈ ਜਿਹੜਾ ਚਾਹੁੰਦਾ ਵੀ ਭਾਈਚਾਰਾ ਮੇਨਟੇਨ ਹੋਵੇ? ਉਹ ਤਾਂ ਕਹਿੰਦੇ ਟੁੱਟੇ। ਉਹਦਾ ਇੱਕ ਪਾਰਟੀ ਦੇ ਵੀ 4 ਗਰੁੱਪ ਬਣਾ ਕੇ ਰੱਖਦੇ ਨੇ। ਸੋ ਮੈਨੂੰ ਐਂ ਲੱਗਿਆ ਵੀ ਸੁਹਿਰਦਤ ਹੈ ਸੋਚ 'ਚ, ਮੈਨੂੰ ਹੁਣ ਵੀ ਆ, ਮੈਂ ਇਸ ਗੱਲ 'ਤੇ ਯਕੀਨ ਆ ਮੈਨੂੰ। ਇਸ ਕਰਕੇ ਮੈਂ ਹੁਣ ਤਾਂ ਰਿਜ਼ਾਈਨ ਕਰਿਆ। ਚੜ੍ਹਦੇ ਸੂਰਜ ਨੂੰ ਹਰੇਕ ਸਲਾਮ ਕਰਦਾ। ਮੈਂ ਕਿਹਾ ਵੀ ਹੁਣ ਇਹ ਮੌਕਾ ਹੈ ਜਦ ਮੈਂ ਕਹਿ ਸਕਦਾ ਵੀ ਮੈਂ ਛੱਡਿਆ। ਮੈਂ ਨਹੀਂ ਤੁਹਾਨੂੰ ਉਹ ਸਲਾਹ ਦੀ ਜਿਹੜੀ ਰਾਏ ਦਿੱਤੀ, ਹਾਲਾਂਕਿ ਸਲਾਹ ਜਦ ਮੇਰੇ ਤੋਂ ਕੋਈ ਵੀ ਮੰਗੇ, ਮੈਂ ਅੱਜ ਵੀ ਇਹੀ ਗੱਲ ਕਰ ਰਿਹਾ ਵੀ ਜੇ ਹੁਣ ਵੀ ਫੋਨ ਕਰਨ ਸਲਾਹ ਮੰਗਣਗੇ ਤਾਂ ਦੇਵਾਂਗੇ ਜੀ। ਮੈਂ ਕਹਿੰਦਾ ਪਹਿਲਾਂ ਵੀ ਮੈਨੂੰ ਵਿੱਚ ਦੀ ਚਲੋ ਮੈਂ ਜਦ ਹਾਂ ਵੀ ਕਰੀ ਹੋਈ ਸੀ, ਤੁਸੀਂ ਮੰਨੋਗੇ ਮੈਨੂੰ ਹੋਰ ਪਾਰਟੀਆਂ ਨੇ ਵੀ ਮੇਰੇ ਤੋਂ ਸਲਾਹ ਲਈ ਹੈ ਅਤੇ ਮੈਂ ਉਹਨਾਂ ਨੂੰ ਵੀ ਸਲਾਹ ਦਿੱਤੀ ਹੈ। ਕਿਉਂਕਿ ਮੈਂ ਤਾਂ ਜੇ ਕੋਈ ਮੈਨੂੰ ਪੁੱਛਦਾ ਤਾਂ ਮੈਂ ਉਹਨੂੰ ਸਲਾਹ ਦੇ ਦਿੰਦਾ। ਮੈਂ ਮੀਡੀਆ 'ਚ ਓਪਨ ਬੋਲਦਾ ਰਿਹਾ ਵੀ ਜਿਹੜਾ ਹੁਣ ਆਹ ਸਰਕਾਰ ਹੈ ਇਹ ਕੀ ਕੰਮ ਕਰ ਸਕਦੀ ਹੈ, 100 ਦਿਨ 'ਚ ਕੀ ਕਰ ਸਕਦੀ ਹੈ। ਇਹ ਸਲਾਹ ਹੀ ਹੈ ਨਾ ਇੱਕ ਕਿਸਮ ਦੀ, ਉਹ ਮੀਡੀਆ ਰਾਹੀਂ ਹੋ ਗਈ। ਜਿਹੜਾ ਬੰਦਾ ਨੇ ਰੂਲ ਕਰਨਾ ਉਹ ਦੇਖਦਾ ਵੀ ਮੀਡੀਆ 'ਚ ਕੌਣ ਕੀ ਆ ਰਿਹਾ, ਉਹ ਮੀਡੀਆ ਨੂੰ ਇਗਨੋਰ ਨਹੀਂ ਮਾਰਦਾ। ਠੀਕ ਹੈ, ਜਿਹੜੇ ਮੀਡੀਆ ਨੂੰ ਉੱਦਾਂ ਹੀ ਕਹਿਣਾ, ਜਿਵੇਂ ਹੁਣ ਕਈਆਂ ਨੇ ਕਹਿਤਾ ਸਿੱਧੂ ਨੂੰ ਝਟਕਾ, ਉਹਨੂੰ ਪੁੱਛੇ ਵੀ ਕਾਹਦਾ ਝਟਕਾ, ਮੈਂ ਥੱਲੇ ਲਿਖਤਾ ਵੀ ਕਿਹੜੀ ਪੋਸਟ ਤੋਂ ਰੈਜ਼ਿਗਨੇਸ਼ਨ ਦਿੱਤਾ ਤੁਸੀਂ, ਮੇਰੀ ਚਿੱਠੀ ਪੜ੍ਹੀ ਹੈ? ਉੱਥੇ ਕੋਈ ਲਫ਼ਜ਼ ਰੈਜ਼ਿਗਨੇਸ਼ਨ ਹੈਗਾ, ਲੀਵ ਹੈਗਾ, ਜਾਂ ਝਟਕਾ ਹੈਗਾ? ਕੋਈ ਕਿਹੜਾ ਸ਼ੌਕ ਹੈ? ਸੋ ਕਿਉਂਕਿ ਉਹਨਾਂ ਦੇ ਵੈਸਟਡ ਇੰਟਰਸਟ ਨੇ, ਵੈਸਟਡ ਇੰਟਰਸਟ ਵਾਲੇ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਨੇ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਰਾਹੀਂ ਇੱਕ ਤਾਂ ਮੇਰੀ ਆਜ਼ਾਦੀ 'ਤੇ ਹਮਲਾ ਹੋਵੇ, ਮੇਰੇ ਬੋਲਣ 'ਤੇ ਹਮਲਾ ਹੋਵੇ ਵੀ ਮੈਂ ਬੋਲਦਾ ਹੀ ਨਾ, ਮੈਂ ਕਿਉਂ ਨਾ ਬੋਲਾਂ, ਮੈਂ ਸਾਰੀ ਉਮਰ ਇਸ ਤਰ੍ਹਾਂ ਹੀ ਬੋਲਦਾ ਰਿਹਾ। ਅਤੇ ਦੂਜੀ ਗੱਲ ਮੈਂ ਉਹਦੇ 'ਚ ਲਿਖਿਆ ਵੀ ਚਾਹੇ ਜਿੰਨਾ ਚਿਰ ਮੇਰੇ 'ਚ ਸਾਹ ਨੇ ਨਾ, ਉਹਨਾਂ ਚਿਰ ਮੈਂ ਇਸ ਦੇਸ਼ ਦੀ ਸੇਵਾ 'ਚ, ਇਸ ਮਾਤ ਭੂਮੀ ਦੇ ਵਾਸਤੇ ਬੋਲਦਾ ਰਹਾਂਗਾ। ਉਹਨਾਂ ਚਿਰ ਮੈਂ ਚੁੱਪ ਨਹੀਂ ਕਰਦਾ, ਮੇਰੀ ਜਵਾਨ ਨਹੀਂ ਬੰਦ ਹੋ ਸਕਦੀ। ਗੱਲ ਆਪਾਂ ਇਹੀ ਕਰਦੇ ਕਿ ਸਿੱਧੂ ਦੇ ਸੁਭਾਅ ਐਵੇਂ, ਇਸ ਤਰ੍ਹਾਂ ਚੰਨੀ ਦੀ ਗੱਲ ਕੀਤੀ ਜਾਵੇ, ਨਵੇਂ ਬਣੇ ਮੁੱਖ ਮੰਤਰੀ, ਉਹ ਵੀ ਆਪਣੀ ਜਿਹੜੀ ਛਵੀ ਆ ਉਹ ਆਮ ਲੋਕਾਂ ਲਈ ਦਿਖਾ ਰਹੇ ਨੇ। ਚਾਹੇ ਉਹ ਭੰਗੜਾ ਪਾਉਣਾ ਹੋਵੇ ਸਟੇਜ ਤੇ ਚੜ੍ਹ ਕੇ, ਪਹਿਲੀ ਵਾਰੀ ਹੋਏ ਕੋਈ ਸੀਐਮ ਇਸ ਤਰ੍ਹਾਂ ਸਟੇਜ ਤੇ ਗਏ, ਆਮ ਲੋਕਾਂ 'ਚ ਵਿਚਰ ਰਹੇ ਨੇ, ਚਾਹ ਪੀ ਰਹੇ ਨੇ, ਠੇਲਿਆਂ ਤੇ ਬੈਠ ਕੇ ਜਾਂਦੇ ਨੇ। ਕਿਤੋਂ ਕਾਫਲਾ ਲੰਘਦਾ ਤਾਂ ਜ਼ੈਡ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਤਾਂ ਉਹ ਆਮ ਲੋਕਾਂ 'ਚ ਵੀ ਵਿਚਰ ਰਹੇ ਨੇ। ਹੁਣ ਕਹਿ ਰਹੇ ਨੇ ਕਿ ਆਪਣੀ ਸਿਕਿਉਰਿਟੀ ਘੱਟ ਕੀਤੀ ਜਾਵੇ, ਗੱਡੀਆਂ ਦਾ ਕਾਫਲਾ ਸੀਮਿਤ ਕੀਤਾ ਜਾਵੇ, ਸੀਮਿਤ ਗਨਮੈਨ ਦਿੱਤੇ ਜਾਣ। ਕਿਸ ਤਰ੍ਹਾਂ ਦੇਖਦੇ ਹੋ ਸਾਰੇ ਨੂੰ? ਮੈਂ ਕਹਿੰਦਾ ਇਹ ਹਿਸਟੋਰੀਕਲ ਮੂਵਮੈਂਟ ਹੈ ਪੰਜਾਬ 'ਚ ਪਿਛਲੇ 30 ਸਾਲ 'ਚ। ਇੱਕ ਮੁੱਖ ਮੰਤਰੀ ਉਸ ਪੱਖੋਂ ਤੋਂ ਬਣਦਾ ਜਿਨ੍ਹਾਂ ਨੂੰ ਕਦੇ ਕੋਈ ਪੁੱਛਦਾ ਨਹੀਂ ਸੀ। ਮੈਂ ਕਹਿੰਦਾ ਸੋ ਮਰਜ਼ੀ ਹੋਵੇ, ਇਹ ਇੰਪੋਰਟੈਂਟ ਹੈ। ਦੂਜੀ ਗੱਲ, ਉਹ ਜਾਣਸਾਰ ਕਹਿੰਦਾ ਬੱਚਿਆਂ ਨੂੰ ਮਿਲਣਾ, ਮੈਂ ਸਿਕਿਉਰਿਟੀ ਨੂੰ ਆਪਦੇ ਹੱਥਾਂ ਨਾਲ ਪਰਾਂ ਕਰ ਰਿਹਾ, ਇਹ ਛੋਟੀ ਗੱਲ ਹੈ ਕਿਤੇ। ਫਿਰ ਉਹ ਕਹਿੰਦਾ ਮੇਰੀ ਸਿਕਿਉਰਿਟੀ ਘਟਾ ਦਿਓ, ਇਹ ਪਹਿਲੀ ਵਾਰ ਹੈ। ਲੋਕ ਤਾਂ ਕਹਿੰਦੇ ਮੇਰੀ ਵਧਾਓ, ਲੋਕ ਤਾਂ ਇੱਥੇ ਕਈ ਹਮਲੇ ਕਰਵਾ ਲੈਂਦੇ ਨੇ ਆਪਦੇ ਆਪ 'ਤੇ ਵੀ ਬਾਅਦ 'ਚ ਕਹਿਣ ਮੈਨੂੰ ਸਿਕਿਉਰਿਟੀ ਦਿਓ ਜੀ ਕਿਉਂਕਿ ਮੇਰੇ 'ਤੇ ਹਮਲਾ ਹੋ ਰਿਹਾ। ਸੋ ਮੁੱਖ ਮੰਤਰੀ ਨੇ ਦੂਜਾ ਉਹਨਾਂ ਕਹੇ ਮੈਂ ਰਿਸ਼ਵਤ ਨਹੀਂ ਲੈਂਦੇ ਨਹੀਂ, ਮੈਂ ਕਹਿੰਦਾ ਨਾ ਬੰਦ ਕਰ ਸਕੇ, ਡਿਟਰਮੀਨੇਸ਼ਨ ਤਾਂ ਦਿਖਾਇਆ। ਅਤੇ ਇਸ ਕਰਕੇ ਉਹਨਾਂ ਆਖਿਆ ਜਿੰਨੇ ਖਾਲੀ ਪੋਸਟਾਂ ਮੈਂ ਭਰਾਂਗਾ, ਭਰ ਸਕਦੇ ਨੇ ਨਹੀਂ ਭਰ ਸਕਦੇ, ਮੈਨੂੰ ਪਤਾ 100 ਦਿਨ 'ਚ ਕਾਫੀ ਕੰਮ ਨੇ ਕਰਨ ਵਾਲੇ। ਪਰ ਚੰਨੀ ਸਾਹਿਬ ਦਾ, ਇਹ ਕੋਈ ਅੱਜ ਦੀ ਗੱਲ ਨਹੀਂ ਮੈਂ ਕਹਿ ਰਿਹਾ, ਚੰਨੀ ਸਾਹਿਬ ਨੇ ਇੱਕ ਵਾਰੀ, ਇਹ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀ, 36 ਪੋਸਟਾਂ ਭਰਨੀਆਂ ਸੀ। ਉਹ 36 ਪੋਸਟਾਂ 'ਤੇ ਸਿਲੈਕਸ਼ਨਾਂ ਹੋਈਆਂ ਸੀ, ਅਪਾਇੰਟਮੈਂਟ ਲੈਟਰ ਜਾਰੀ ਹੋਏ ਸੀ।
ਉਦੋਂ ਬਾਅਦ ਉਹਨਾਂ ਨੂੰ ਸਟੇਸ਼ਨ ਅਲਾਟ ਕਰਨੇ ਸੀ। ਪਹਿਲੀ ਵਾਰੀ ਇੱਕ ਮੰਤਰੀ ਨੇ ਕਿਹਾ ਉਹੋ ਜਿਹੇ ਮਹਿਕਮੇ 'ਚ ਜਿਸ 'ਚ ਪੈਸਾ ਜਿੰਨਾ ਮਰਜ਼ੀ ਲੈ ਲਓ, ਅੱਛਾ ਜੀ, ਵੀ ਤੁਸੀਂ ਚੁਣ ਲਓ ਆਪਦਾ ਸਟੇਸ਼ਨ। ਉਹਨਾਂ ਨੇ ਚੁਣ ਲਿਆ। 34 ਨੂੰ ਤਾਂ 34 ਸਟੇਸ਼ਨ ਮਿਲ ਗਏ ਜੀ ਚੋਇਸ ਦੇ। 2 ਬੰਦੇ ਇੱਕੋ ਸਟੇਸ਼ਨ ਡਾਰਾ ਗਾਗਾ ਤੇ ਆ ਗਏ। ਅੱਛਾ ਜੀ, ਮੰਤਰੀ ਸਾਹਿਬ ਨੇ ਕਿਹਾ ਵੀ ਦੇਖੋ ਜਾਣਾ ਤਾਂ ਉੱਥੇ ਇੱਕ ਨਹੀਂ ਹੈ। ਮੰਤਰੀ ਸਾਹਿਬ ਪੈਸੇ ਲੈ ਕੇ ਦੋਨੋਂ ਵੀ ਲਾ ਸਕਦੇ ਸੀ, ਇੱਥੇ ਬਥੇਰਾ ਕੋਈ ਚੱਲਦਾ ਹੈ। ਪੋਸਟਾਂ ਉੱਥੇ ਹੋਰ ਵੀ ਖਾਲੀ ਸੀ, ਕਿਸੇ ਹੋਰ ਦੇ ਅਗੇਂਸਟ ਲਾ ਦਿਓ। ਉਹਨੇ ਕਹਿਣਾ ਜਾਣਾ ਤਾਂ ਇੱਕ ਨੇ ਹੈ, ਤੁਸੀਂ ਆਪੇ ਫੈਸਲਾ ਕਰੋ, ਸਹਿਮਤੀ ਕਰੋ ਆਪਦੀ। ਦੇਖੋ ਤੁਸੀਂ ਉਹ ਸੋਚੀ ਗਏ ਨਹੀਂ ਸਹਿਮਤੀ ਹੋਈ। ਫਿਰ ਕਹਿੰਦੇ ਜੀ ਸਾਡੀ ਤਾਂ ਹੋ ਨਹੀਂ ਰਹੀ। ਮੰਤਰੀ ਸਾਹਿਬ ਨੇ ਕਹਿੰਦਾ ਫਿਰ ਟਾਸ ਕਰ ਲਓ। ਸਿੱਕੇ ਵਾਲੀ ਗੱਲ ਆ ਜਿਹੜੀ। ਹਾਂ, ਟਾਸ ਕਰ ਲਓ। ਉਹ ਕਹਿੰਦੇ ਜੀ ਟਾਸ ਵੀ ਤੁਸੀਂ ਉਹ ਕਰ ਦਿਓ। ਮੰਤਰੀ ਸਾਹਿਬ ਨੇ ਟਾਸ ਕਰਤੀ। ਅਕਾਲੀਆਂ ਨੇ, ਬੀਜੇਪੀ ਨੇ ਟਾਸ ਨਾਲ ਨੌਕਰੀਆਂ ਦੇਣੀਆਂ ਬੰਦ ਕਰੇ। ਇੱਥੇ ਬਹਿਸਾਂ ਹੋਈਆਂ ਕਈ ਟੀਵੀਆਂ 'ਤੇ। ਮੈਂ ਆਖਿਆ ਟਾਸ ਨਾਲ ਜੇ 2 ਵਾਰੀ ਗਿਣਤੀ ਬਰਾਬਰ ਆ ਜੇ ਵੋਟਾਂ ਦੀ, ਟਾਸ ਨਾਲ ਫੈਸਲਾ ਹੁੰਦਾ ਜਿੱਤਿਆ ਕਿਹੜਾ। ਜਿੰਨੇ ਮੈਚ ਓਲੰਪਿਕ ਦੇ ਖੇਡੇ ਜਾਂਦੇ ਨੇ ਜਾਂ ਜੋ ਵੀ, ਹਰ ਇੱਕ ਦੇ ਜਗ੍ਹਾ ਤੇ ਟਾਸ ਨਾਲ ਹੀ ਫੈਸਲਾ ਹੁੰਦਾ ਕੌਣ ਬਾਲਿੰਗ ਕਰੂ ਕੌਣ ਬੈਟਿੰਗ ਕਰੂਗਾ। ਜੇ ਤੁਸੀਂ ਟਾਸ ਇਜ਼ ਅ ਲੀਗਲ ਟਰਮ, ਇਟ ਇਜ਼ ਨਾਟ ਜਸਟ ਜਾਦੂਗਰੀ। ਸੋ ਮੇਰਾ ਕਹਿਣ ਦਾ ਮਤਲਬ ਹੈ ਉਹਨਾਂ ਨੇ ਉਹ ਕਰਿਆ। ਉਹ ਕਿਵੇਂ ਕਰਿਆ? 36 ਬੰਦਿਆਂ ਨੂੰ ਨੌਕਰੀ ਦੇਣੀ ਹੋਵੇ, ਚੰਗਾ ਪੈਸਾ ਮਿਲਦਾ ਕਿਉਂਕਿ ਉਹਨੂੰ ਤਨਖਾਹ ਬਹੁਤ ਮਿਲਣੀ ਹੈ। ਉਹ ਕਹਿੰਦੇ 2 ਮਹੀਨੇ ਦੀ ਤਨਖਾਹ ਦੇ ਦਿਓ ਯਾਰ, ਕਰੋੜ 'ਚ ਬਣਦਾ ਪੈਸਾ ਉਹ। ਸੋ ਮੈਂ ਤਾਂ ਕਹਿਣਾ ਵੀ ਜਿਹੜੇ ਬੰਦੇ ਨੇ, ਮੈਂ ਅੱਜ ਤੱਕ ਸੌਗਣਾ ਜੀ ਉਹ ਫਲਾਣਾ ਕਰ ਰਿਹਾ, ਇਹਨਾਂ ਨੇ ਹਰ ਇੱਕ ਬੰਦੇ ਦਾ ਉਹਦਾ ਧਾਰਮਿਕ ਵਿਸ਼ਵਾਸ ਹੈ। ਜੇ ਤੁਸੀਂ ਉਹਦੇ ਧਾਰਮਿਕ ਵਿਸ਼ਵਾਸ ਨੂੰ, ਜੇ ਤਾਂ ਉਸ ਧਾਰਮਿਕ ਵਿਸ਼ਵਾਸ ਨੂੰ ਲੋਕਾਂ 'ਤੇ ਥੋਪੇ ਜਿਵੇਂ ਆ ਸਾਡੀ ਕੇਂਦਰ ਦੀ ਸਰਕਾਰ ਕਰ ਰਹੀ ਹੈ, ਫਿਰ ਤਾਂ ਗਲਤ ਹੈ। ਜੇ ਉਹ ਆਪਦਾ ਧਾਰਮਿਕ ਵਿਸ਼ਵਾਸ, ਕਿਉਂ ਨਹੀਂ ਹੱਕ ਵੀ ਕਿਸੇ CM ਨੂੰ ਜਾਂ PM ਨੂੰ ਆਪਦਾ ਧਾਰਮਿਕ ਵਿਸ਼ਵਾਸ ਰੱਖਣ ਦਾ, ਪਰ ਉਹ ਲੋਕਾਂ 'ਤੇ ਨਹੀਂ ਠੋਕਣਾ, ਉਹਨੇ ਰਾਜ 'ਚ ਨਹੀਂ ਲੈ ਕੇ ਆਉਣਾ। ਮੈਂ ਚੰਨੀ ਸਾਹਿਬ ਨੂੰ ਕਦੇ ਰਾਜ 'ਚ ਇਹੋ ਜਿਹਾ ਕੰਮ ਲਿਆਉਂਦੇ ਦੇਖਿਆ ਨਹੀਂ। ਹਾਂ, ਕੱਲ੍ਹ ਨੂੰ ਕੁਛ ਹੁੰਦਾ ਉਦੋਂ ਆਪਾਂ ਉਹ ਕਮੈਂਟ ਕਰ ਦਾਂਗੇ। ਸਿੱਧੂ ਸਾਹਿਬ ਨੇ ਸਾਨੂੰ ਇੱਕ ਗੱਲ ਹੋਰ ਕਹੀ, ਜਦ ਕੋਈ ਕਹਿੰਦੇ ਡਾਕਟਰ ਸਾਹਿਬ ਜਿੱਦੇ ਮੈਂ ਗਲਤ ਹੋਵਾਂ ਮੈਨੂੰ ਦੱਸਿਓ ਖਿੱਚ ਕੇ। ਸਿੱਧੂ ਸਾਹਿਬ ਨੇ ਕਿਹਾ। ਹਾਂ, ਅਗਲੀ ਗੱਲ ਜੇ ਤੁਹਾਨੂੰ ਲੱਗੇ ਪਬਲਿਕ 'ਚ ਕਹਿਣ ਦੀ ਲੋੜ ਹੈ, ਪਬਲਿਕ 'ਚ ਕ੍ਰਿਟਿਸਿਜ਼ਮ ਕਰ ਦਿਓ। ਠੀਕ ਹੈ, ਕ੍ਰਿਟਿਸਿਜ਼ਮ ਕਰਨ ਨੂੰ ਵੀ ਕਿਹਾ। ਹਾਂ, ਪਬਲਿਕ 'ਚ ਕਹਿੰਦੇ ਪ੍ਰੈਸ 'ਚ ਕ੍ਰਿਟਿਸਿਜ਼ਮ ਕਰ ਦਿਓ। ਇਹ ਕੋਈ ਕਹਿੰਦਾ ਨੇਤਾ? ਬਿਲਕੁਲ। ਸੋ ਇਸ ਕਰਕੇ ਇੱਕ ਦਿਨ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਵੀ ਤੁਸੀਂ ਐਂ ਨਹੀਂ ਐਂ ਕਹੋ ਜਾਂ ਆਹ ਕਰੋ। ਇੱਕ ਦਿਨ ਵੀ ਕਦੇ ਫੋਨ ਕਰਕੇ ਨਹੀਂ ਕਿਹਾ। ਇੰਨੀ ਕੰਟਰੋਵਰਸੀ ਹੋਈ, ਉਹ ਜ਼ਿਆਦਾ ਮਾਰ ਤਾਂ ਸਿੱਧੂ ਸਾਹਿਬ 'ਚ ਪਈ ਹੈ, ਮੇਰੇ ਤੇ ਤਾਂ ਇੰਨੀ ਨਹੀਂ ਪਈ ਹੈ। ਪਰ ਅਗਲੇ ਫੋਨ ਵੀ ਕਰ ਸਕਦੇ ਸੀ ਮੈਨੂੰ, ਠੀਕ ਹੈ, ਮੈਨੂੰ ਕਹਿ ਸਕਦੇ ਸੀ ਵੀ ਡਾਕਟਰ ਸਾਹਿਬ ਤੁਸੀਂ ਇਹ ਕੀ ਕਰੀ ਜਾਂਦੇ ਹੋ, ਮੇਰਾ ਤਾਂ ਬਹੁਤ ਮਿੱਟੀ ਹੋ ਰਹੀ ਹੈ। ਬੋਲਣ ਦੀ ਆਜ਼ਾਦੀ ਦੇ ਦਿੱਤੀ ਸੀ ਤੁਹਾਨੂੰ, ਜੋ ਮਰਜ਼ੀ ਬੋਲੋ। ਨਹੀਂ, ਮੈਨੂੰ ਕਿਹਾ ਪੁੱਛਿਆ ਵੀ ਨਹੀਂ। ਅੱਛਾ ਜੀ, ਤੁਸੀਂ ਬੋਲਣ ਦੀ ਆਜ਼ਾਦੀ ਤਾਂ ਚਲੋ ਮੇਰੀ ਕੋਈ ਖੋ ਵੀ ਨਹੀਂ ਸਕਦਾ, ਜੇ ਕਹੋਂਦੇ ਮੈਂ ਉਹਦੀ ਛੱਡ ਦੇਣਾ ਸੀ। ਪਰ ਮੈਂ ਇਹ ਕਹਿੰਦਾ ਗ੍ਰੇਟਨੈਸ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਮਰਜ਼ੀ ਬੋਲੋ। ਅਗਲੀ ਗੱਲ ਮੈਂ ਬੋਲਦਾ ਸੀ ਜਿਹਦੇ ਕਰਕੇ ਉਹਨਾਂ ਨੂੰ ਰੋਜ਼ ਪੰਗੇ ਪੈ ਰਹੇ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਦਿਨ ਫੋਨ 'ਤੇ ਕੋਈ ਇਸ਼ਾਰਾ ਤੱਕ ਨਹੀਂ ਕਰਿਆ ਕਿ ਡਾਕਟਰ ਸਾਹਿਬ ਜਰਾ ਥੋੜ੍ਹਾ ਜਿਹਾ ਸੋਚ ਕੇ ਬੋਲਿਆ ਕਰੋ, ਜਾਂ ਬੰਦਾ ਐਂ ਤਾਂ ਕਹਿ ਹੀ ਦਿੰਦਾ ਨਾ। ਇਹਦੇ ਨਾਲ ਹੀ ਡਾਕਟਰ ਸਾਹਿਬ ਲਾਸਟ ਇੱਕ ਸਵਾਲ ਕਰ, ਬੜਾ ਅਹਿਮ ਸਵਾਲ ਆ, ਤੁਸੀਂ ਵੀ ਜ਼ਿਕਰ ਕੀਤਾ। ਪੰਜਾਬ ਸਰਕਾਰ ਕੋਲ ਟਾਈਮ ਥੋੜਾ ਰਹਿ ਗਿਆ ਚੰਨੀ ਦੀ ਟੈਨਿਓਰ ਦੀ ਗੱਲ ਕੀਤੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਵੀ ਬਹੁਤ ਅਹਿਮ ਰੋਲ ਆ। 100 ਦਿਨਾਂ ਦੇ ਕਰੀਬ ਸਮੇਂ ਰਹਿ ਗਿਆ। ਇਹਨਾਂ 100 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ? ਦੇਖੋ, ਬਹੁਤ ਕੰਮ ਹੈਗੇ ਨੇ। 2 ਤਰ੍ਹਾਂ ਦੇ ਕੰਮ ਹੁੰਦੇ ਨੇ। ਇੱਕ ਤਾਂ ਜਿਹੜੀ ਵਿਸਾਤ ਆਪੋਜੀਸ਼ਨ ਨੇ ਵਿਛਾਈ ਹੈ, ਕੈਪਟਨ ਸਾਹਿਬ ਵਿਛਾ ਰਹੇ ਨੇ, ਜੇ ਤਾਂ ਉਸ ਵਿਸਾਤ 'ਤੇ ਖੇਡਣਾ ਫਿਰ ਤਾਂ ਸ਼ਾਇਦ ਜਿੱਤਣਾ ਔਖਾ ਹੋਏਗਾ। ਮੇਰੀ ਜੀਵਨ 'ਚ ਇਹ ਤਜਰਬਾ ਹੈ ਵੀ ਜੇ ਤੁਹਾਡਾ ਵਿਰੋਧੀ ਜਿਹੜੀ ਵਿਸਾਤ ਵਿਛਾਉਂਦਾ ਹੈ, ਉਹਦੇ ਉਲਟ ਪੈਰਲਲ ਵਿਸਾਤ ਵਿਛਾਓ। ਪੇਪਰ ਲੀਕ ਮੈਂ ਬੰਦ ਕਰਿਆ ਪੈਰਲਲ ਵਿਸਾਤ ਵਿਛਾ ਕੇ। ਇੱਥੇ ਮੈਡੀਕਲ ਬਿੱਲ ਨਹੀਂ ਬਣਦੇ ਸੀ ਹੋਰ DRME 'ਚ, ਉਹ ਪੈਰਲਲ ਵਿਸਾਤ ਲਿਟਰੇਸੀ ਕਰੀ। ਮੈਂ ਭਾਰਤ ਸਰਕਾਰ ਦਾ ਸਲਾਹਕਾਰ ਸੀ, 9 ਸਾਲ ਰਿਹਾ, ਅਤੇ ਉਹ ਪੈਰਲਲ ਵਿਸਾਤ ਵਿਛਾ ਕੇ ਨਵਾਂ ਸਿਲੇਬਸ, ਨਵਾਂ ਸਾਰਾ ਕੁਛ। ਇੱਕ ਤਾਂ ਤਰੀਕਾ ਇਹ ਹੈ। ਸੋ ਪੈਰਲਲ ਵਿਸਾਤ ਕੀ ਹੈ? ਇੱਕ ਸਾਇੰਸ 'ਚ ਅਸੀਂ ਕਹਿੰਦੇ ਹਾਂ ਪਾਥ ਆਫ ਲੀਸਟ ਰੈਜ਼ਿਸਟੈਂਸ, ਜਿੱਥੇ ਘੱਟ ਤੋਂ ਘੱਟ ਵਿਰੋਧ ਹੋਵੇ। ਹੁਣ ਕੀ ਹੈ, ਪੰਜਾਬ ਦੇ ਵਿੱਚ ਜਿਵੇਂ ਬੁਢਾਪਾ ਵਿਧਵਾ ਪੈਨਸ਼ਨਾਂ ਨੇ, ਮਨਰੇਗਾ ਕਾਰਡ ਨੇ, ਉਹ ਫਟਾਫਟ ਹੁਕਮ ਕਰ ਦਿਓ ਵੀ ਸਭ ਦੇ ਬਣਾਓ, ਜਿਨ੍ਹਾਂ ਦਾ ਐਂਟਾਈਟਲਮੈਂਟ ਹੈ 5 ਏਕੜ ਤੱਕ ਵਾਲੇ ਦੀ ਹੈ। ਜਦ ਵੀਡੀਓ ਜਾ ਕੇ ਕਾਰਡ ਬਣਾਉਣ, ਅੱਗੇ ਤਾਂ ਕਾਰਡ ਵੀਰ ਦੇ ਹਾੜੇ ਕੱਢੀ ਜੋ ਤਾਂ ਨਹੀਂ ਬਣਦਾ। ਜਦ ਵੀਡੀਓ ਉੱਥੇ ਤੁਰ ਰਹੇ ਨੇ 100 ਕਿੰਨੇ ਵੀਡੀਓ ਨੇ, ਹਾਂਜੀ, ਸਾਰੇ ਦੇ ਸਾਰੇ 180 85 ਜਿੰਨੇ ਨੇ, ਉਹ ਸਾਰੇ ਤੁਰੇ ਫਿਰਦੇ ਨੇ। SCPO ਤੁਰੇ ਫਿਰਦੇ ਨੇ ਵੀ ਜੀ ਆਪਦਾ ਕਾਰਡ ਬਣਾ ਲਓ। ਮਨਰੇਗਾ ਗ੍ਰਾਮ ਜਿਹੜੇ ਰੁਜ਼ਗਾਰ ਸੇਵਕ ਨੇ ਉਹ ਲੱਗੇ ਹੋਏ ਨੇ। ਸਰਪੰਚ ਕਹਿ ਰਹੇ ਨੇ ਵੀ ਜਿਹਦੀ ਦਾ ਕਾਰਡ ਬੰਦ ਬਣਾ ਲਓ। ਜਿਨ੍ਹਾਂ ਦੀਆਂ ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨ, 26 ਲੱਖ ਬੰਦਾ ਉਹ ਜਿਹਦੀਆਂ ਪੈਨਸ਼ਨਾਂ ਲੱਗਣੀਆਂ ਨੇ, ਉਹ 26 ਲੱਖ ਦੇ ਪੈਨਸ਼ਨਾਂ ਜਿਨ੍ਹਾਂ ਦੇ ਰਹਿ ਗਈਆਂ, ਕੋਈ ਕਾਢੀ ਹੈ, ਉਹਨਾਂ ਨੂੰ ਵੀ ਕੋਈ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਜਿਹੜੇ ਮਰਜ਼ੀ ਨੂੰ ਵੋਟ ਪਾਉਂਦਾ ਹੋਵੇ, ਹਰੇਕ ਦਾ ਬਣੂਗਾ। ਅਤੇ ਅਕਾਲੀਆਂ, ਕਾਂਗਰਸੀਆਂ, ਅਕਾਲੀਆਂ ਨੂੰ, BJP ਨੂੰ ਵੀ, ਆਪ ਨੂੰ ਵੀ ਕਹੇ ਵੀ ਜੇ ਤੁਹਾਡਾ ਕੋਈ ਨਹੀਂ ਬਣਿਆ, ਕੱਲਾ ਜ਼ਰੂਰੀ ਨਹੀਂ ਵੀ ਤੁਹਾਡਾ MLA ਕਹੇ, ਜੇ ਤੁਹਾਡੀ ਪਾਰਟੀ ਨੂੰ ਵੀ ਲੱਗਦਾ ਹੈ
ਵੀ ਸਾਡੇ ਬੰਦੇ ਦਾ ਬਣਿਆ ਨਹੀਂ, ਜਾਇਜ਼ ਸੀ, ਉਹ ਲਿਸਟ ਭੇਜੋ, ਅਸੀਂ ਇਮੀਡੀਏਟਲੀ 15 ਦਿਨ 'ਚ ਇਨਵੈਸਟੀਗੇਟ ਕਰਕੇ ਉਹਦਾ ਹਾਂ ਜਾਂ ਨਾ ਕਰਾਂਗੇ। ਨਾ ਜ਼ਰੂਰੀ ਨਹੀਂ ਵੀ ਬਣੇ, ਹੋ ਸਕਦਾ ਅਗਲਾ ਇਹ ਕਹਦੇ ਵੀ ਉਹ ਨਜਾਇਜ਼ ਮੰਗਦਾ ਹੋਵੇ, ਵੀ ਅਸੀਂ ਲਿਸਟ ਨੂੰ ਇਨਵੈਸਟੀਗੇਟ ਕਰਾਂਗੇ, ਜਿਹਦਾ ਬਣਦਾ ਉਹ ਪੱਕਾ ਬਣੂਗਾ। ਕੋਈ ਇਹ ਨਹੀਂ ਦੇਖਣਾ ਸੀ ਵੀ ਇਹ ਲਿਸਟ ਕਾਦੀਆਂ ਵੱਲੋਂ ਆਈ ਹੈ, ਕਿਹਦੇ ਵੱਲੋਂ ਆਈ ਹੈ। ਦੇਖੋ ਇਨਸਾਫ ਦਾ ਰਾਜ ਤਾਂ ਜ਼ਰੂਰੀ ਹੈ ਨਾ, ਇਹ ਨਵੀਂ ਪਿਰ 'ਤੇ ਪਾ ਸਕਦੇ ਨੇ, ਪੈਸਾ ਕੋਈ ਨਹੀਂ ਲੱਗਦਾ ਇਹਦੇ 'ਤੇ, ਕਹਿਣ ਦੀ ਲੋੜ ਹੈ ਜਿਵੇਂ ਚੰਨੀ ਸਾਹਿਬ ਹੁਕਮ ਕਰ ਰਹੇ ਨੇ। ਦੂਜਾ ਇਸ ਤੋਂ ਬਾਅਦ ਜਿਵੇਂ ਜਿਹੜੇ ਸਕਾਲਰਸ਼ਿਪ ਹੋਏ ਨੇ ਗਾਇਬ ਸਾਰੇ ਜਿਹੜੇ ਸ਼ੈਡਿਊਲ ਕਾਸਟ ਵਿਦਿਆਰਥੀ ਨੇ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਉਹਦੇ ਉੱਤੇ ਵਿਰੋਧੀ ਪਾਰਟੀਆਂ ਦੀ ਮੰਗ ਕੀ ਹੈ? ਵਿਰੋਧੀ ਪਾਰਟੀਆਂ ਦੀ ਮੰਗ ਇਹ ਨਹੀਂ ਵੀ ਬੱਚਿਆਂ ਦੀਆਂ ਡਿਗਰੀਆਂ ਦਵਾ ਦਿਓ, ਉਹਦੀ ਇਨਵੈਸਟੀਗੇਸ਼ਨ ਕਰੋ। ਉਹ ਕਹਿੰਦੇ ਇਹਨੂੰ ਅੰਦਰ ਕਰੋ ਬਸ, ਧਰਮ ਸੋਤ ਨੂੰ। ਮੈਂ ਨਹੀਂ ਕਹਿੰਦਾ ਕੋਈ ਧਰਮ ਸੋਤ ਭਲਾ ਮਾਨਸ ਹੈ, ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਉਹ ਚੋਰ ਹੈ। ਮੈਂ ਇਹ ਕਹਿੰਦਾ ਜਿਹੜੇ IAS ਅਫਸਰ ਨੇ ਇਨਕੁਆਇਰੀ ਕਰੀ ਸੀ, ਜਿਹੜਾ ਚੀਫ ਸੈਕਟਰੀ ਦੇ ਰੈਂਕ ਦੇ ਵਿੱਚ ਆਉਣ ਵਾਲਾ ਹੈ, ਉਹ ਕਹਿੰਦਾ ਹੈ ਵੀ ਮੈਂ 104 ਕਰੋੜ ਰੁਪਇਆ ਵੰਡਤਾ 6 ਮਹੀਨਿਆਂ 'ਚ। ਉਹ ਵੀ ਇਨਕੁਆਇਰੀ ਕਰ ਲਓ ਵੀ ਕਿਹਨੂੰ ਵੰਡਿਆ। ਸੋ ਉਦੋਂ ਪਹਿਲਾਂ ਕਾਦੀਆਂ ਦੇ ਰਾਜ 585 ਕਰੋੜ ਰੁਪਇਆ ਉਹ ਘਪਲਾ ਹੈਗਾ। 114 ਕੇ ਕਿੰਨੇ ਕਰੋੜ ਦਾ ਕਿ 200 ਕਰੋੜ ਦਾ ਤਾਂ ਉਹਨਾਂ ਨੇ ਆਪ ਐਡਜਸਟ ਵੀ ਕਰਾਇਆ, ਇੱਕ ਹੋਰ ਘਪਲਾ। ਠੀਕ ਹੈ। ਸੋ ਇਹ 12 ਤੋਂ ਚੱਲਿਆ ਸੀ ਸਕਾਲਰਸ਼ਿਪ, 13 ਤੋਂ ਮੈਡੀਕਲ ਐਜੂਕੇਸ਼ਨ 'ਚ 3 ਕਰੋੜ ਤੋਂ 30 ਕਰੋੜ ਬਣ ਗਿਆ ਅਗਲੇ ਸਾਲ ਹੀ। ਸੀਟਾਂ ਦਾ ਮੈਡੀਕਲ 'ਚ ਫਿਕਸ ਨੇ, 3 ਕਰੋੜ ਦਾ 30 ਕਰੋੜ ਕਿਵੇਂ ਬਣ ਜੂਗਾ? 6 ਬਣ ਜੇ, 7 ਬਣ ਜੇ ਹੈ। ਤਾਂ ਉਹ ਜੀ ਜਦ ਜਿਹੜਾ 2012-13 ਤੋਂ ਲਗਾਤਾਰ ਜਿੰਨੇ 7-8 ਸਾਲ ਹੋਏ ਉਹਦੀ ਇਨਕੁਆਇਰੀ ਕਰਾਉਣ ਇਸ ਦੀ ਸਾਰੇ ਸਕਾਲਰਸ਼ਿਪ ਦੇ ਵਿੱਚ ਹੋਇਆ ਕੀ ਹੈ, ਜੱਜ ਤੋਂ ਇਨਕੁਆਇਰੀ ਕਰਾਉਣ ਤਾਂ ਕਿ ਵਿੱਚੋਂ ਹੋਣਾ ਹੋਵੇ, ਤਾਂ ਇਹ ਗੱਲ ਬਣ ਸਕਦੀ ਹੈ। ਨਹੀਂ ਤਾਂ ਫਿਰ ਇਹ ਗੜਬੜ ਰਹੇਗੀ। ਇਸੇ ਤਰ੍ਹਾਂ ਹੀ ਜਿਹੜਾ ਇਹ ਡਰੱਗ ਦਾ ਮਾਮਲਾ ਹੈ ਉਹਦੇ ਉੱਤੇ ਇਹ ਤਾਂ ਹੋ ਗਈਆਂ ਨਾ ਪੈਰਲਲ ਵਿਸਾਤਾਂ ਵੀ ਜੱਜ ਤੋਂ ਇਨਕੁਆਇਰੀ ਕਰਾਵਾਂਗੇ ਜੀ ਅਸੀਂ ਨਾ। ਇੱਦਾਂ ਹੀ ਜਿਹੜਾ ਐਜੂਕੇਸ਼ਨ ਮਹਿਕਮਾ ਉਹਦੇ ਬਹੁਤ ਸਾਰੇ ਬੰਦੇ ਨੇ ਜਿਹੜੇ ਗੈਰ ਹਾਜ਼ਰ ਨੇ, ਜਿਨ੍ਹਾਂ ਨੂੰ ਨਜਾਇਜ਼ ਤਨਖਾਹਾਂ ਦਿੱਤੀਆਂ ਗਈਆਂ ਨੇ। 2011 'ਚ ਅਕਤੂਬਰ 'ਚ ਤੀਕਸ਼ਣ ਸੂਦ ਸੀਗੇ ਚੇਅਰਮੈਨ ਕਮੇਟੀ ਦੇ, ਸਰਕਾਰ ਨੇ ਕਮੇਟੀ ਬਣਾਈ ਸੀ, ਉਹ 1.5 ਗੁਣਾ ਤਨਖਾਹ ਕੱਢ ਗਏ। ਮੈਂ RTI 'ਚ ਪੁੱਛਿਆ ਹੋਇਆ, ਉਹ ਪੀਏ ਚਿੱਠੀ ਜਵਾਬ ਦਿੱਤਾ ਉਹਨਾਂ ਨੇ ਵੀ ਤੁਸੀਂ ਸਪੈਸੀਫਿਕ ਨਹੀਂ ਕਿਹਾ। ਮੈਂ ਤਾਂ ਇਹੀ ਲਿਖਿਆ ਵੀ ਦੱਸੋ ਇਹਨਾਂ ਦੀ ਤਨਖਾਹ ਵਧਾਉਣ ਦਾ ਆਧਾਰ ਕੀ ਸੀ? ਇਹ ਸਪੈਸੀਫਿਕ ਕੀ ਹੈ? ਜਿਹੜੀ ਕਮੇਟੀ ਦੀ ਰਿਪੋਰਟ ਹੈ, ਜਿਹੜੇ ਉਹਨਾਂ ਨੇ ਕੋਈ ਸਟੱਡੀ ਕਰੀ ਉਹਦੀ ਕਾਪੀ ਦਿਓ, ਇਹ ਮੇਰਾ ਰਾਈਟ ਹੈ। ਸੋ ਉਹਦੇ ਉੱਤੇ ਇਨਕੁਆਇਰੀ ਕਰਾ ਦੇਣ ਵੀ ਇਹ ਤਨਖਾਹਾਂ ਐ ਕਿਵੇਂ ਗਈਆਂ, ਬਜਟ ਕਿੱਧਰ ਨੂੰ ਗਿਆ, ਪੈਸਾ ਕਿੱਧਰ ਨੂੰ ਗਿਆ, ਇਹ ਐਜੂਕੇਸ਼ਨ ਦੇ ਵਿੱਚ ਜਿਨ੍ਹਾਂ ਦੀ ਤਨਖਾਹਾਂ ਫਿਕਸ ਹੋਈਆਂ ਕਿਵੇਂ ਹੋਈਆਂ, ਇਨਕੁਆਇਰੀ ਕਰਾਓ। ਉਹ ਵੀ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਚਾਹੀਦੀ ਹੈ। ਨਹੀਂ ਜੇ ਜੁਡੀਸ਼ੀਅਲ ਪ੍ਰੂਵ ਨਹੀਂ ਕਰਾਇਆ ਜਾਏਗਾ। ਹੈਲਥ ਦੇ ਵਿੱਚ ਬਹੁਤ ਸਾਰੇ ਘਪਲੇ ਹੋਏ ਨੇ, ਬਹੁਤ ਸਾਰੀਆਂ ਬਿਲਡਿੰਗਾਂ ਬਣੀਆਂ ਨੇ, ਮੈਡੀਕਲ ਐਜੂਕੇਸ਼ਨ 'ਚ ਵੀ 32 ਦਾ ਇੱਥੇ ਮੁਹਾਲੀ ਬਣ ਰਿਹਾ ਮੈਡੀਕਲ ਕਾਲਜ, ਡਾਕਟਰ ਅੰਬੇਦਕਰ ਇੰਸਟੀਚਿਊਟ, ਇਹਨਾਂ ਸਾਰਿਆਂ ਦੀ ਇਨਕੁਆਇਰੀ ਕਰਾ ਦਿਓ। ਉਹ ਵੀ ਜੱਜ ਸਾਹਿਬ ਤੋਂ ਕਰਾਓ। ਹੈਲਥ, ਐਜੂਕੇਸ਼ਨ ਔਰ ਸਕਾਲਰਸ਼ਿਪ, ਇਹ 3 ਵੱਡੇ ਇਸ਼ੂ ਨੇ ਜਿਨ੍ਹਾਂ ਦੇ ਉੱਤੇ ਕਦੇ ਸਕਾਲਰਸ਼ਿਪ 'ਤੇ ਬੋਲ ਰਹੇ ਨੇ, ਬਾਕੀ ਕਿਸੇ 'ਤੇ ਕੋਈ ਬੋਲ ਨਹੀਂ ਰਿਹਾ। ਅਤੇ ਹੈਲਥ 'ਚ ਦਵਾਈਆਂ ਬੜੀਆਂ ਸਸਤੀਆਂ ਆ ਜਾਂਦੀਆਂ ਨੇ, ਦਵਾਈਆਂ ਦੇ ਟੈਂਡਰ ਕਰਕੇ ਜਿਹੜੀ 100 ਰੁਪਏ ਲਿਖਿਆ ਜਿਹਦੀ ਕੀਮਤ ਉਹ ਵੈਸੀ 10 ਰੁਪਏ ਦੀ ਆ ਜਾਂਦੀ ਹੈ। ਤੁਸੀਂ ਫ੍ਰੀ ਦਵਾਈਆਂ ਦੇ ਸਕਦੇ ਹੋ ਫਿਰ ਜਦ 10 ਰੁਪਏ ਦੀ ਆਊਗੀ। ਸੋ ਤੁਸੀਂ ਇਹਦਾ ਟੈਂਡਰ ਕਰੋ ਅਤੇ ਇਨਕੁਆਇਰੀਆਂ 3 ਜੁਡੀਸ਼ੀਅਲ ਕਰਾ ਦਿਓ, ਜੱਜ ਸਾਹਿਬ ਲਾ ਦਿਓ, ਕੋਈ ਪੈਸਾ ਨਹੀਂ ਬਹੁਤਾ ਲੱਗਦਾ। ਠੀਕ ਹੈ। ਇਸ ਤੋਂ ਅੱਗੇ ਦੂਜੀ ਵਸਾਤ ਜਿਹੜੀ ਉਹਨਾਂ ਨੇ ਵਿਛਾਈ ਹੋਈ ਹੈ, ਇਹ ਇਹਨਾਂ ਨੇ ਨਹੀਂ ਵਿਛਾਈ, ਇਹਨਾਂ ਨੇ ਸਿਰਫ ਉਹ ਸਕਾਲਰਸ਼ਿਪ 'ਚ ਕਿਹਾ ਵੀ ਉਹਨੂੰ ਅੰਦਰ ਕਰੋ, ਉਹਦਾ ਮੈਂ ਪਹਿਲਾਂ ਦੱਸਦਾ ਵੀ ਆਹ ਕਰੋ। ਹੁਣ ਇੱਧਰ ਜਿਹੜਾ ਬੇਅਦਬੀਆਂ ਦਾ ਮਾਮਲਾ ਹੈ, ਫਿਰ ਉਹਦੇ ਵਿੱਚ ਆਪਣਾ ਨਸ਼ਿਆਂ ਦਾ ਮਾਮਲਾ ਹੈ। ਠੀਕ ਹੈ। ਉਹਦੇ ਉੱਤੇ ਇਹ ਹੈ ਵੀ ਦੋਨੇ ਚੀਜ਼ਾਂ ਹਾਈ ਕੋਰਟ 'ਚ ਨੇ। ਉਹ 'ਚ ਕਹੋ ਸਿੱਧੇ ਸ਼ਰੇਆਮ ਵੀ ਅਸੀਂ ਢਿੱਲ ਨਹੀਂ ਕਰਾਂਗੇ, ਅਸੀਂ ਕੋਰਟ ਦੇ ਵਿੱਚ ਜਲਦੀ ਸੁਣਵਾਈ ਦੀ ਅਰਜ਼ੀ ਪਾਵਾਂਗੇ ਜੇ ਡੇਟ ਹੋ ਰਹੀ ਹੈ, ਇਹ ਰਾਈਟ ਹੈ ਸਰਕਾਰ ਕੋਲੇ। ਅਸੀਂ ਇਹਦੀ ਜਿਹੜੀ ਪੈਰਵੀ ਹੈ ਕੇਸ ਦੀ ਉਹ ਪੂਰੀ ਜ਼ੋਰ ਨਾਲ ਕਰਾਂਗੇ, ਔਰ ਜਿਹੜਾ ਦੋਸ਼ੀ ਪਾਇਆ ਗਿਆ ਉਹਨੂੰ ਜੋ ਕਾਨੂੰਨ ਮੁਤਾਬਕ ਸਜ਼ਾ ਹੋਏਗੀ ਉਹ ਅਸੀਂ ਦੇਵਾਂਗੇ। ਅਸੀਂ ਉਹ 'ਚ ਢਿੱਲ ਨਹੀਂ ਵਰਤਾਂਗੇ, ਕਿਉਂਕਿ ਜੇ ਕਹਿਣਾ ਜਿਵੇਂ ਕੈਪਟਨ ਸਾਹਿਬ ਨੇ ਪਹਿਲਾਂ ਕਿਹਾ ਸੀ ਮੈਂ ਬਾਦਲ ਨੂੰ ਅੰਦਰ ਕਰ, ਫਿਰ ਅੰਦਰ ਕਰਕੇ ਕੀ ਕਰਿਆ? ਐਂ ਨਹੀਂ ਹੁੰਦਾ ਤੁਹਾਨੂੰ ਕੋਈ ਫਟਕਾ ਐਂ ਕਿਵੇਂ ਅੰਦਰ ਕਰ ਦੂਗਾ? ਜੇ SHO ਉਹਨੇ SHO ਨੇ ਕਿਹਾ, ਉਹਨੇ SDM ਨੇ IAS ਨੇ ਵੀ ਮੈਂ ਸਿਰ ਪਾੜ ਦੋ ਕਹਿੰਦਾ ਉਹਨੂੰ ਅਧਿਕਾਰ ਹੀ ਨਹੀਂ, ਛੁੱਟੀ 'ਤੇ ਕਿਉਂ ਜਾਣਾ ਪਿਆ? ਜੁਡੀਸ਼ੀਅਲ ਪ੍ਰੋਬ ਕਿਉਂ ਹੋ ਰਿਹਾ? ਕਿਉਂਕਿ ਉਸ ਤੋਂ ਬਾਹਰ ਗਿਆ। ਸੋ ਇਹ ਕਿਸੇ ਸਿਆਸਤਦਾਨ ਕੋਲ ਕੋਈ ਅਧਿਕਾਰ ਨਹੀਂ ਵੀ ਫਲਾਣੇ ਨੂੰ ਅੰਦਰ ਕਰ ਦਿਓ, ਇਹ ਧੱਕਾ ਹੈ। ਈਵਨ ਸੋ ਮਚ ਸੋ ਇੱਕ ਕੋਆਪਰੇਸ਼ਨ ਮਹਿਕਮੇ 'ਚ ਇੱਕ ਮੰਤਰੀ ਨੇ ਇੱਕ ਬੰਦੇ ਨੂੰ ਸਸਪੈਂਡ ਕਰਤਾ, ਹੁਕਮ ਕਰਤਾ ਵੀ ਇਹਨੂੰ ਸਸਪੈਂਡ ਕਰ ਦਿਓ। ਮੈਂ ਨਾਮ ਨਹੀਂ ਲਵਾਂਗਾ ਉਹ, ਕਿਉਂਕਿ ਪਾਰਟੀ ਹੁਣ ਰਾਜ ਨਹੀਂ ਕਰਦੀ। ਹਾਈ ਕੋਰਟ ਨੇ ਕਿਹਾ ਵੀ ਮੰਤਰੀ ਨੂੰ ਕਿੱਥੋਂ ਅਧਿਕਾਰ ਮਿਲ ਗਿਆ? ਕਿਉਂਕਿ ਸਸਪੈਂਸ਼ਨ 'ਚ ਲਿਖਿਆ ਹੈ ਵੀ ਜਿਹੜਾ ਅਧਿਕਾਰੀ ਸਸਪੈਂਡ ਕਰਦਾ ਉਹਦਾ ਦਿਮਾਗ ਵਿਵੇਕ ਵਰਤੇਗਾ। ਵੀ ਇਹਦਾ ਮਤਲਬ ਉਹਨੇ ਵਿਵੇਕ ਤਾਂ ਵਰਤਿਆ ਹੀ ਨਹੀਂ, ਤਾਂ ਦੂਜੇ ਦਾ ਹੁਕਮ ਮੰਨੇ, ਉਹਨੂੰ ਹੁਕਮ ਕਰਨ ਦਾ ਅਧਿਕਾਰ ਹੀ ਨਹੀਂ। ਉਹਨੂੰ ਸੈਕਟਰੀ ਨੂੰ ਕਹਿੰਦਾ ਵੀ ਇਹਨੇ ਆਹ ਕੁਤਾਹੀ ਕਰੀ ਹੈ, ਇਹਦੇ ਕਾਨੂੰਨ ਅਨੁਸਾਰ ਕਾਰਵਾਈ ਕਰੋ। ਕਾਰਵਾਈ ਕਰਨ ਦਾ ਅਧਿਕਾਰ ਹੈ ਤੁਹਾਨੂੰ, ਕਿਸੇ ਨੂੰ ਜੇਲ੍ਹ 'ਚ ਭੇਜਣ ਦਾ ਅਧਿਕਾਰ ਨਹੀਂ। ਜੇਲ੍ਹ 'ਚ ਭੇਜਿਆ ਜਾਊ ਤਾਂ ਅਦਾਲਤ ਦੇ ਰਾਹੀਂ ਭੇਜਿਆ ਜਾਊ। ਸੋ ਇਸ ਕਰਕੇ ਮੈਂ ਇਹ ਕਹਿਣਾ ਜਿਹੜੇ ਅਦਾਲਤ ਦੇ ਕੰਮ ਨੇ ਉਹਨਾਂ 'ਚ ਢਿੱਲ ਨਾ ਹੋਣ ਦਿਓ। ਦੋਸ਼ ਲੱਗ ਰਿਹਾ ਵੀ ਅਕਾਲੀ ਤੇ ਕਾਂਗਰਸੀ ਰਲ ਕੇ, ਕੈਪਟਨ ਸਾਹਿਬ ਤੇ ਉਹਨਾਂ ਨੇ ਰਲ ਕੇ ਸਾਰੀਆਂ ਦੋਨੇ ਇਨਕੁਆਇਰੀਆਂ ਫੇਲ ਕਰਾਈਆਂ ਨੇ। ਉਹਨਾਂ ਨੇ ਅਪੀਲ ਨਹੀਂ ਕਰੀ
ਟਾਈਮ ਹੈ ਨਹੀਂ ਸੀ, ਅਪੀਲ ਕਿਉਂ ਨਹੀਂ ਕਰੀ? ਪਹਿਲਾਂ ਕਹਿਤਾ ਵੀ ਅਸੀਂ ਅਪੀਲ ਕਰਾਂਗੇ, ਫਿਰ ਕਰੀ ਕਿਉਂ ਨਹੀਂ? ਬਿਜਲੀ ਦੇ ਉੱਤੇ ਕਹਿ ਦਿੱਤਾ ਵੀ ਅਸੀਂ ਜੀ ਇਹਨਾਂ ਨੂੰ ਰਿਵਿਊ ਕਰਾਂਗੇ, ਰਿਵਿਊ ਦੀ ਕੋਈ ਕਮੇਟੀ ਬਣਾਈ, ਉਹਦੀ ਕੋਈ ਰਿਪੋਰਟ ਸਾਹਮਣੇ ਆਈ ਵੀ ਆਹ ਰਿਪੋਰਟ ਹੈ ਜੀ। ਸੋ ਤੁਸੀਂ ਗੱਲਾਂ ਕਰੀ ਜਾਂਦੇ ਹੋ, ਤੁਸੀਂ ਕਰੋ ਫਿਰ, ਬਿਲਕੁਲ ਤੁਸੀਂ ਦਿਖਾਓ ਕਿ ਜੀ ਅਸੀਂ ਆਹ ਕਿਹਾ ਸੀ ਤੁਹਾਨੂੰ ਰਿਵਿਊ ਕਰਾਂਗੇ, ਆਹ ਅਸੀਂ ਰਿਵਿਊ ਕਰਿਆ, ਪਰ ਇਹਦੇ ਵਿੱਚ ਆਹ ਦਿੱਕਤਾਂ ਆਈਆਂ ਨੇ, ਸਾਨੂੰ ਕਰਿਆ ਦਿਖਾਉਣ। ਤੁਸੀਂ ਸਰਕਾਰ ਬਿਊਰੋਕਰੇਟ ਨੂੰ ਦੇ ਦਿੰਦੇ ਹੋ। ਮੈਂ ਅੱਜ ਵੀ ਕਹਾਂਗਾ ਇਹਨਾਂ ਨੂੰ ਬਿਊਰੋਕਰੇਟ ਦੇ ਹਵਾਲੇ ਨਾਲ ਸਰਕਾਰ ਕਰਨ, ਜਿੰਨਾ ਮਰਜ਼ੀ ਬਿਊਰੋਕਰੇਟ ਸੈਨਾ ਹੋਵੇ, ਚਾਹੇ ਚੰਨੀ ਸਾਹਿਬ ਨਾਲ ਲੱਗਿਆ ਹੋਵੇ, ਚਾਹੇ ਸਿੱਧੂ ਸਾਹਿਬ ਕਰਨ, ਜਿਹਦੇ ਨਾਲ ਮਰਜ਼ੀ ਹੋਵੇ, ਜਿੱਦਾਂ ਬਿਊਰੋਕਰੇਟ ਰੂਲ ਕਰੇਗਾ, ਜਿੱਦਾਂ ਬਿਊਰੋਕਰੇਟ ਸਾਰੇ ਫੈਸਲੇ ਕਰੇਗਾ ਸਿਆਸੀ, ਉਦੋਂ ਸਰਕਾਰ ਥੱਲੇ ਜਾਏਗੀ। ਕੈਪਟਨ ਸਰਕਾਰ ਤੇ ਵੀ ਇਹ ਇਲਜ਼ਾਮ ਲੱਗਦਾ ਵੀ ਉਹਦੀ ਢਾਹ ਵੀ ਵੱਜੀ ਹੈ ਬਹੁਤ। ਬਿਲਕੁਲ ਵੱਜੀ ਹੈ, ਕਿਉਂ ਨਹੀਂ ਵੱਜੀ? ਜੇ ਇੱਕ ਤੁਸੀਂ ਰਿਟਾਇਰਡ ਬਿਊਰੋਕਰੇਟ ਲਾਤਾ, ਉਹਦੀ ਜ਼ਿੰਮੇਵਾਰੀ ਕੀ ਹੈ? ਉਹਨੂੰ ਤੁਸੀਂ ਮੀਡੀਆ ਦਾ ਕੀ ਪੁੱਛ ਲੋਗੇ? ਅਜੇ ਮੀਡੀਆ ਤਾਂ ਫਿਰ ਪੁੱਛ ਲਾਂਗੇ, ਮੈਂ ਉਹਨੂੰ ਕੀ ਪੁੱਛ ਲਾਂਗਾ? ਉਹ ਕਹਿੰਦਾ ਭਾਈ ਤੂੰ ਕੌਣ ਹੈ? ਮੰਤਰੀ ਜਾ ਕੇ ਉੱਥੇ ਸੰਤਰੀ ਬਣੇ ਖੜੇ ਰਹਿੰਦੇ ਸੀ। ਮੰਤਰੀ ਇਸ ਵਾਸਤੇ ਚੁਣੇ ਨੇ ਲੋਕਾਂ ਨੇ ਸਿਆਸੀ ਸਰਕਾਰ ਚੁਣੀ ਸੀ ਜਨਾਬ। ਲੋਕਾਂ ਨੇ ਕੋਈ ਬਿਊਰੋਕਰੇਟਾਂ ਦੀ ਸਰਕਾਰ ਨਹੀਂ ਚੁਣੀ। ਬਿਊਰੋਕਰੇਟ ਦਾ ਜਵਾਬਦੇਹ ਨਹੀਂ ਹੁੰਦੇ। ਇੱਕ ਛੋਟੀ ਜਿਹੀ ਗੱਲ ਸੁਣਾ ਦਿੰਦਾ ਤੁਹਾਨੂੰ। ਇੱਕ ਵਾਰੀ ਮੈਂ ਜਨਰਲ ਸੈਕਟਰੀ ਦੇ ਤੌਰ 'ਤੇ ਕਦੇ ਇਹ ਹੜਤਾਲ ਨਹੀਂ ਕਰੀ ਵੀ ਅਸੀਂ ਐਮਰਜੈਂਸੀ ਵੀ ਬੰਦ ਕਰਾਂਗੇ, ਕਿਉਂਕਿ ਮੇਰਾ ਵਿਸ਼ਵਾਸ ਹੈ ਜਿੰਨੇ ਮਰਜ਼ੀ ਸਾਡੀ ਸਰਕਾਰ ਨਾਲ ਲੜਾਈ ਹੋਵੇ, ਜਿੰਨੇ ਮਰਜ਼ੀ ਸਾਡੀ ਚੱਕੀ ਦੇ ਪੁਲਾਂ 'ਚ ਜਾਨ ਆਈ ਹੋਵੇ, ਅਸੀਂ ਮਰੀਜ਼ ਨਹੀਂ ਮਾਰ ਸਕਦੇ। ਐਮਰਜੈਂਸੀ ਸਰਵਿਸ ਮਰੀਜ਼ ਨਹੀਂ ਮਾਰ ਸਕਦੇ, ਇਹ ਸਾਡੀ ਈਗੋ ਨਹੀਂ ਹੋ ਸਕਦੀ। ਪਰ ਇੱਕ ਵਾਰੀ ਅਸੀਂ ਲਾਤਾ ਉਸ ਵਕਤ ਦੇ ਵਜ਼ੀਰ 'ਤੇ ਵੀ ਝੂਠ ਦੀ ਪੰਡ ਕਿ ਅਸੀਂ ਜੀ ਉਹਦੇ ਵਿੱਚ ਇਹ ਕਹਿਤਾ ਵੀ ਅਸੀਂ ਇੱਥੇ ਐਮਰਜੈਂਸੀ ਬੰਦ ਕਰਕੇ ਆਵਾਂਗੇ, ਹੜਤਾਲ ਕਰਕੇ ਇੱਥੇ ਚੰਡੀਗੜ੍ਹ। ਇੱਕ ਦਿਨ ਪਹਿਲਾਂ ਸਾਡੀ ਚੀਫ ਮਿਨਿਸਟਰ ਨਾਲ ਮੀਟਿੰਗ ਸ਼ਾਮ ਨੂੰ 5 ਵਜੇ। ਉਦੋਂ ਚੀਫ ਮਿਨਿਸਟਰ ਦੀ ਕੁਰਸੀ ਨੂੰ ਹੱਥ ਹੁੰਦਾ ਸੀ, ਕਿੱਥੇ ਹੱਥ ਹੁੰਦਾ ਸੀ, ਅਤੇ ਉਹਨਾਂ ਨੂੰ ਕਿਤੇ ਦਿੱਲੀ ਜਾਣਾ ਪੈ ਗਿਆ। ਉਹਨਾਂ ਨੇ ਸਾਨੂੰ ਕਿਹਾ ਵੀ ਉਸੇ ਮੰਤਰੀ ਨਾਲ ਮੀਟਿੰਗ ਕਰ ਲੈਣਾ ਪਲੀਜ਼, ਜਿਹਦੇ ਬਾਰੇ ਅਸੀਂ ਲਿਖਿਆ ਵੀ ਇਹ ਝੂਠ ਦੀ ਪੰਡ। ਅਸੀਂ ਆਖਿਆ ਕੋਈ ਗੱਲ ਨਹੀਂ, ਰੈਸ਼ਨ ਤਾਂ ਤੁਹਾਨੂੰ ਬੰਨ੍ਹਣਾ ਹੀ ਪਾਉਣਾ ਇਸ ਵਿੱਚ। ਅਸੀਂ ਆ ਗਏ ਜੀ। ਜਦ ਅਸੀਂ ਅੰਦਰ ਵੜੇ, ਡਾਇਰੈਕਟਰ ਸਾਡੇ ਨਾਲ ਸੈਕਟਰੀ ਸੀ ਉੱਥੇ ਬੈਠੇ। ਮੈਨੂੰ ਕਹਿੰਦੀ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਨਹੀਂ? ਮੈਂ ਜੀ ਇਹਨਾਂ ਨੇ ਕੀ ਦੱਸਣਾ ਸੀ? ਕਹਿੰਦੀ ਇਸ ਤਾਂ ਜੋ ਕਹਿਣਾ ਸੀ ਇਹਨਾਂ ਨੂੰ ਕਹਿਤਾ। ਮੈਂ ਜੀ ਤਾਂ ਇਹਨਾਂ ਨੂੰ ਸੁਣਨੀ ਨਹੀਂ ਆਏ। ਫਿਰ ਮੈਂ ਨਾਲ ਹੀ ਕਹਿਤਾ, ਮੈਂ ਕਿਹਾ ਇਨਫੈਕਟ ਅਸੀਂ ਤਾਂ ਤੁਹਾਨੂੰ ਵੀ ਨਹੀਂ ਸੁਣਨਾ ਹੈ। ਸਾਡੀ ਤਾਂ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਸੀ, ਉਹਨਾਂ ਨੂੰ ਜਾਣਾ ਪੈ ਗਿਆ, ਇਸ ਕਰਕੇ ਅਸੀਂ ਮੰਤਰੀ ਸਾਹਿਬ ਨਾਲ ਕਰ ਰਹੇ ਹਾਂ, ਮੁੱਖ ਮੰਤਰੀ ਦੇ ਬਿਹਾਫ 'ਤੇ। ਉਹ ਸੁਣਦੇ ਮੰਤਰੀ ਸਾਹਿਬ ਨੇ, ਉਹ ਅੰਦਰ ਵੜ ਰਹੇ ਸੀ, ਉਹ ਖੜੇ ਰਹੇ। ਮੈਨੂੰ ਕਹਿੰਦੇ ਗਰਗ ਸਾਹਿਬ ਇੱਦਾਂ ਤਾਂ ਨਾ ਕਹੋ। ਮੈਂ ਜੀ ਕੀ ਗੱਲ ਹੋ ਗਈ? ਦੇਖੋ ਨਾ ਇਹ ਸਰਕਾਰ ਦੇ ਅਫਸਰ ਨੇ। ਮੈਂ ਜੀ ਇਹ ਅਫਸਰ ਨੇ, ਅਸੀਂ ਘਾਈਆਂ ਘਾਹ ਖੁੱਤਣ ਵਾਲੇ? ਨਹੀਂ ਮੇਰਾ ਮਤਲਬ ਜ਼ਿੰਮੇਵਾਰ ਅਫਸਰ ਨੇ। ਮੈਂ ਕਿਹਾ ਜੀ ਅਸੀਂ ਗੈਰ ਜ਼ਿੰਮੇਵਾਰ ਹਾਂ, ਇੱਕ ਲਫ਼ਜ਼ 'ਚ। ਫਿਰ ਕਹਿੰਦੇ ਨਹੀਂ ਇਹ ਮੁਲਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਮੈਂ ਜੀ ਮੁਲਕਾਂ ਨੂੰ ਰਿਪਰੈਜ਼ੈਂਟ ਕਰਨਾ ਕੀ ਔਖਾ, ਜਿਹਨੂੰ ਮਰਜ਼ੀ ਲਾ ਦਿਓ ਉਹੀ ਕਰਨ ਲੱਗ ਜਾਂਦਾ। ਬਹਿ ਗਏ। ਕਹਿੰਦੇ ਗਰਗ ਸਾਹਿਬ ਇੱਦਾਂ ਤਾਂ ਨਾ ਕਹੋ। ਮੈਂ ਜੀ ਮੈਂ ਤੁਹਾਨੂੰ ਹੁਣੀ ਸਾਬਤ ਕਰ ਦਿੰਦਾ। ਮੈਂ ਕਿਹਾ ਘੜੀ ਦੇ 5 ਵਜੇ ਨੇ, ਐ ਸੱਚੀ ਮੁੱਚੀ ਕੱਲ੍ਹ ਨੂੰ ਇੱਥੇ ਕੱਟੀ ਹੋ ਜਾਣਾ। ਤੁਸੀਂ ਕਿਹਾ ਵੀ ਜੋ ਮਰਜ਼ੀ ਹੋ ਜਾਏ, ਫੌਜ ਨੂੰ ਤੁਸੀਂ ਅਰੇਂਜ ਕਰਿਆ ਵੀ ਮਹਾਲੀ ਦਾ ਬੈਰੀਅਰ ਨਹੀਂ ਟੱਪਣ ਦੇਣਾ, ਲੱਡੇ ਪਾ ਦਾਂਗੇ ਕੁੱਟ ਕੇ ਡਾਕਟਰਾਂ ਦੇ। ਇਹ ਕਰਿਆ ਨਾ? ਕਹਿੰਦੇ ਹਾਂ ਇਹ ਤਾਂ ਅਸੀਂ ਕਰਨੇ। ਮੈਂ ਕਿਹਾ ਹਾਂ ਜੀ ਮੈਂ ਇਹੀ ਕਹਿਣਾ, ਕਰਿਆ ਨਾ? ਅਸੀਂ ਕਹਿੰਦਾ ਜੋ ਮਰਜ਼ੀ ਹੋ ਜੇ। ਮੈਂ ਕਿਹਾ ਪਹਿਲੀ ਵਾਰੀ ਦਿਲ 'ਤੇ ਪੱਥਰ ਰੱਖ ਕੇ ਅਸੀਂ ਕਿਹਾ ਅਸੀਂ ਐਮਰਜੈਂਸੀ ਵੀ ਬੰਦ ਕਰਾਂਗੇ। ਤੁਹਾਨੂੰ ਪਤਾ ਮੇਰੇ ਮਨ 'ਤੇ ਕਿੰਨਾ ਬੋਝ ਹੈ ਇਸ ਗੱਲ ਦਾ। ਮੈਂ ਜਵਾਬ ਕੀ ਦੇਵਾਂਗਾ ਜਾ ਕੇ ਦੁਨੀਆ ਨੂੰ, ਆਪਦੀ ਆਤਮਾ ਨੂੰ, ਵੀ ਯਾਰ ਤੇਰੀ ਇਹ ਡੀਗੋ, ਤੂੰ ਜਨਰਲ ਸੈਕਟਰੀ ਫਿਰ ਕੀ ਹੋ ਗਿਆ ਹੈ, ਤੂੰ ਬੰਦੇ ਹੀ ਮਾਰਤੇ। ਕਿ ਅਸੀਂ ਕਹਿੰਦਾ ਵੀ ਅਸੀਂ ਸਿਆਪਾ ਕਰਾਂਗੇ ਸਰਕਾਰ ਦਾ। 5 ਵਜੇ ਨੇ। ਹੁਣ ਮੈਂ ਤਾਂ ਇੱਥੇ ਤਾਂ ਆਇਆ ਵੀ ਜੇ ਸਰਕਾਰ ਹਾਰਦੀ ਹੈ ਤਾਂ ਵੀ ਸਾਡੀ ਹਾਰ ਹੈ। ਅਸੀਂ ਕਿਹੜਾ ਸਰਕਾਰ ਨੂੰ ਹਰਾਉਣਾ ਆ? ਜੇ ਸਾਡੀ ਹਾਰ ਹੁੰਦੀ ਫਿਰ ਤਾਂ ਹਾਰ ਹੈਗੀ ਹੋਈ ਹੈ। ਜੇ ਕੱਲ੍ਹ ਨੂੰ ਕੋਈ ਮਰੀਜ਼ ਮਰ ਜਾਂਦਾ ਹੈ ਸਾਡੀ ਇਸ ਕਰਕੇ ਹੜਤਾਲ ਕਰਕੇ, ਤਾਂ ਵੀ ਸਾਡੀ ਹਾਰ ਹੈ। ਇੱਕ ਵੀ ਜੇ ਮਰ ਜਾਂਦਾ ਬਿਲਕੁਲ, ਅਤੇ ਜੇ ਸਾਡੇ ਕਿਸੇ ਡਾਕਟਰ ਦੇ ਡਾਂਗ ਸੋਟਾ ਪੈ ਕੇ ਲੱਤ ਬਾਂਹ ਟੁੱਟ ਜਾਂਦੀ ਹੈ ਤਾਂ ਵੀ ਸਾਡੀ ਹਾਰ ਹੈ। ਸੋ ਜੇ ਕੱਲ੍ਹ ਨੂੰ ਇਹ ਖੂਨ ਖਰਾਬਾ ਹੁੰਦਾ, ਸਾਡੀ ਤਾਂ ਹਾਰ ਹੀ ਹਾਰ ਹੈ। ਇਸ ਕਰਕੇ ਮੈਂ ਆਇਆ ਵੀ ਚਲੋ ਯਾਰ ਇਹ ਖੂਨ ਖਰਾਬਾ ਚੱਲ ਜੇ। ਹਾਂ ਬਿਲਕੁਲ। ਅਤੇ ਹੁਣ ਮੈਂ ਕਿਹਾ ਇਹਨਾਂ ਦਾ ਲਾ ਲਓ। ਤੁਸੀਂ ਕਹਿੰਦੇ ਹੋ ਮੁਲਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਇਹਨਾਂ ਵਾਸਤੇ ਇਹੀ ਜੰਗ ਹੈ ਨਾ। ਜੇ ਇਹ ਮੈਂ ਕਿਹਾ ਜੀ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਲੱਗਣੀ ਹੋਵੇ ਨਾ, ਇਹ ਜੇ ਫੋਰਨ ਸੈਕਟਰੀ ਹੋਣ ਜਾਂ ਇਹ ਡਿਫੈਂਸ ਸੈਕਟਰੀ ਹੋਣ, ਇਹਨਾਂ ਦੀ ਵਾਰਤਾ ਹੁੰਦੀ ਹੋਵੇ, ਜਨਾਨੀਆਂ ਹੋਈਆਂ ਸਾੜੀਆਂ ਦੀ ਗੱਲਾਂ ਕਰਕੇ ਆ ਜਾਂਦੇ ਨੇ, ਮਰਦ ਹੋਏ ਰੰਮ ਦੀਆਂ ਗੱਲਾਂ ਕਰਕੇ ਆਉਂਦੇ ਨੇ। ਇਹ ਮੈਂ ਮੀਟਿੰਗ 'ਚ ਕਿਹਾ ਸਭ ਕੁਝ ਜੋ ਬੋਲ ਰਿਹਾ। ਮੈਂ ਕਿਹਾ ਇਹਨਾਂ ਨੂੰ ਕੀ ਲੈਣਾ, ਕੋਈ ਜਿੱਤੇ ਕੋਈ ਹਾਰੇ, ਲੋਕਾਂ ਦੇ ਜਵਾਕ ਮਰਨੇ ਨੇ ਫੌਜ 'ਚ, ਉੱਧਰ ਦੇ ਵੀ ਇੱਧਰ ਦੇ ਵੀ, ਇਹਨਾਂ ਦਾ ਤਾਂ ਕੋਈ ਮਰਨਾ ਨਹੀਂ। ਮੈਨੂੰ ਕਹਿੰਦੇ ਨਾ। ਮੈਂ ਕਿਹਾ ਇਹਨੂੰ ਪੁੱਛੋ ਸਾਡੀ ਫਾਈਲ ਲੈ ਕੇ ਆਈ ਨਾ ਐਡੇ ਵੱਡੀ ਇੰਪੋਰਟੈਂਸ 'ਚ। ਮੈਂ ਦੇਖ ਲਈ ਫਾਈਲ ਆਈ ਨਹੀਂ ਸੀ। ਉਹਨੂੰ ਪੁੱਛਿਆ ਬੀਬਾ ਫਾਈਲ? ਕਹਿੰਦੀ ਉਹ ਤਾਂ ਮੈਂ ਲੈ ਕੇ ਨਹੀਂ ਆਈ। ਮੈਨੂੰ ਕਹਿੰਦਾ ਗਰਗ ਸਾਹਿਬ ਸੱਚੀ ਗੱਲ ਹੈ ਤੁਹਾਡੀ, ਇਹਨਾਂ ਭਾਵੇਂ ਤਾਂ ਪਾਕਿਸਤਾਨ ਦਾ ਰਾਜ ਆ ਜੇ, ਇਹਨਾਂ ਨੂੰ ਕੀ ਫਰਕ ਪੈਂਦਾ? ਇਹ ਮੰਤਰੀ ਤੋਂ ਕਹਾਇਆ ਮੀਟਿੰਗ 'ਚ। ਅੱਛਾ ਜੀ। ਸੋ ਇਸ ਕਰਕੇ ਅਤੇ ਫਿਰ ਉਹਨਾਂ ਨੇ ਕਿਹਾ ਬੀਬਾ ਤੂੰ ਚੁੱਪ ਕਰ, ਗੱਲ ਗਰਗ ਸਾਹਿਬ ਦੀ ਠੀਕ ਹੈ, ਚਲੋ ਸਾਡੀ ਗੱਲ ਹੋਈ। ਮੈਂ ਜਿਹੜੀ ਗੱਲ ਕਹਿਣਾ
ਵੀ ਜਦ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੁਸੀਂ ਪੰਜਾਬ ਦੇ ਦੇਸ਼ ਦੇ ਹਿੱਤਾਂ ਨੂੰ ਧਿਆਨ 'ਚ ਰੱਖਣਾ ਹੈ। ਜੇ ਤੁਸੀਂ ਕਿਸੇ ਵੀ ਜੇ ਸੱਚੀ ਮੁੱਚੀ ਕਿਸੇ ਸਟੇਟਮੈਂਟ ਕਰਤਾ ਉਹਨੂੰ ਕਹੋ ਭਾਈ ਇਹ ਜਿਹੀਆਂ ਸਟੇਟਮੈਂਟਾਂ ਨਹੀਂ ਦੇਈਦੀਆਂ। ਜੇ ਮੇਰਾ ਜਵਾਕ ਮੇਰੀ ਲੜਾਈ ਹੋਵੇ ਚਾਹੇ ਗੁਆਂਢੀਆਂ ਨਾਲ, ਜੇ ਮੇਰਾ ਜਵਾਕ ਉਹਨਾਂ ਦੇ ਬਜ਼ੁਰਗ ਦੀ ਜਾ ਕੇ ਬੇਇੱਜ਼ਤੀ ਕਰੂ ਮੈਂ ਉਹਨੂੰ ਬੁਲਾ ਕੇ ਝਾੜੂੰਗਾ ਵੀ ਨਾ ਕਾਕਾ ਇਹ ਬਜ਼ੁਰਗ ਨੇ ਤੇ ਤੁਸੀਂ ਇਹ ਨਾ ਕਰੋ, ਤੇਰਾ ਇਹ ਕੋਈ ਕੰਮ ਨਹੀਂ ਹੈ ਵੀ ਤੂੰ ਜਾ ਕੇ। ਸਮਾਂ ਬਹੁਤ ਹੋ ਗਿਆ, ਲਾਸਟ ਤੱਕ ਜਾਂਦੇ ਜਾਂਦੇ ਜੇ ਹੁਣ ਲੋੜ ਪਈ ਜਾਂ ਤੁਸੀਂ ਆਪਦੇ ਪੱਧਰ ਜਿਹੜੀਆਂ ਗੱਲਾਂ ਆਪਾਂ ਕੀਤੀਆਂ 100 ਦਿਨਾਂ 'ਚ ਸਰਕਾਰ ਕੀ ਕੰਮ ਕਰ ਸਕਦੀ ਹੈ, ਕਿਸ ਤਰ੍ਹਾਂ ਦੇ ਏਜੰਡੇ, ਇਹ ਤੁਸੀਂ ਸਿੱਧੂ ਸਾਹਿਬ ਨਾਲ ਕਰੋਗੇ ਜਾਂ ਚੰਨੀ ਨਾਲ ਕਰੋਗੇ? ਜੇ ਉਹਨਾਂ ਦਾ ਫੋਨ ਆਏ ਤੇ ਦੱਸੋਗੇ? ਦੇਖੋ ਮੈਂ ਆਪ ਤਾਂ ਕਦੇ ਰਹਿ ਜਾਂਦਾ ਹੀ ਨਹੀਂ, ਆਪ ਤਾਂ ਮੈਂ ਸਰਕਾਰ ਨੂੰ ਵੈਸੇ ਚਿੱਠੀਆਂ ਲਿਖਦਾ ਰਹਿਣਾ, ਉਹ ਮੈਂ ਪਹਿਲਾਂ ਤੋਂ ਲਿਖਦਾ ਰਹਿਣਾ ਵੀ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ, ਪਰ ਹੁਣ ਨਹੀਂ ਕਰਾਂਗਾ ਨਾ, ਇਹ 100 ਦਿਨਾਂ 'ਚ ਨਹੀਂ ਕਰਾਂਗਾ ਕਿਉਂਕਿ 100 ਦਿਨਾਂ 'ਚ ਉਹ ਚਿੱਠੀਆਂ ਦਾ ਅਸਰ ਹੋਣ ਵਾਲਾ ਨਹੀਂ। ਪਰ ਜੇ ਮੈਨੂੰ ਕੋਈ ਵੀ ਪੁੱਛਦਾ ਉਹ ਮੈਂ ਕਹਾਂਗਾ। ਬਾਕੀ ਮੈਂ ਮੀਡੀਆ 'ਚ ਬੋਲਦਾ ਰੋਜ਼ ਹੀ ਤੇ ਉਹ ਸੁਣ ਕੇ ਅੱਛਾ ਇੱਕ ਗੱਲ ਹੋਰ ਦੱਸ ਦਿੰਦਾ, ਲਾਸਟ ਗੱਲ ਕਹਿੰਦਾ ਮੈਂ, ਮੈਨੂੰ ਕੋਈ ਪਾਰਟੀਆਂ 'ਤੇ ਇਤਰਾਜ਼ ਨਹੀਂ, ਇਹ ਪਾਰਟੀਆਂ ਸਾਰੀਆਂ ਮੇਰੀ ਗੱਲ ਸੁਣਦੀਆਂ ਨੇ ਔਰ ਇਹਨਾਂ ਦੇ ਵੱਡੇ ਵੱਡੇ ਨੇਤਾਵਾਂ ਨੇ, ਸਾਰੀਆਂ ਪਾਰਟੀਆਂ ਦੇ ਨੇ ਸਿਵਾਏ ਬੀਜੇਪੀ ਦੇ। ਇਹਨਾਂ ਨੇ ਟੀਵੀ ਦੇ ਉੱਤੇ ਕਿਹਾ ਵੀ ਜਦ ਮੈਂ ਵਿੱਚ ਬੈਠਾ ਪੈਨਲ ਦੇ ਵੀ ਦੇਖੋ ਅੱਜ ਅਸੀਂ ਇਹਨਾਂ ਨਾਲ ਡਿਫਰ ਕਰਦੇ ਹਾਂ, ਵੈਸੇ ਗਰਗ ਸਾਹਿਬ ਬਿਆਨ ਤਾਂ ਠੀਕ ਹੀ ਦਿੰਦੇ ਨੇ, ਇਹ ਕਾਂਗਰਸ ਨੇ ਵੀ ਕਿਹਾ, ਇਹ ਅਕਾਲੀਆਂ ਨੇ ਵੀ ਕਿਹਾ, ਇਹ ਆਪ ਵਾਲਿਆਂ ਨੇ ਵੀ ਕਿਹਾ। ਬੀਜੇਪੀ ਨੇ ਕਿਉਂ ਨਹੀਂ ਕਿਹਾ? ਨਹੀਂ ਬੀਜੇਪੀ ਨੂੰ ਤਾਂ ਇਹ ਲੱਗਦਾ ਨਾ ਵੀ ਪੈਦਾ ਕਿਉਂਕਿ ਜੋ ਬੀਜੇਪੀ ਕਰਦੀ ਹੈ ਇਹ ਤਾਂ ਸੱਚ ਹੈ। ਮੈਂ ਕਮਿਊਨਲ ਪੋਲਿਟਿਕਸ ਦੇ ਖਿਲਾਫ ਹਾਂ, ਉਹਨਾਂ ਦੀ ਬੇਸਿਕ ਪੋਲਿਟਿਕਸ ਹੀ ਕਮਿਊਨਲ ਹੈ, ਅਕਾਲੀਆਂ ਦੀ ਪੋਲਿਟਿਕਸ ਕਮਿਊਨਲ ਨਹੀਂ ਹੈ, ਭਾਵੇਂ ਉਹਨਾਂ ਦਾ ਬੇਸ ਸਿੱਖਾਂ 'ਚ ਹੈ ਪਰ ਪੋਲਿਟਿਕਸ ਕਮਿਊਨਲ ਨਹੀਂ ਹੈ। ਪੋਲਿਟਿਕਸ ਕਾਂਗਰਸ ਦੀ ਵੀ ਕਮਿਊਨਲ ਨਹੀਂ, ਬੰਦੇ ਉਹਨਾਂ 'ਚ ਕਮਿਊਨਲ ਹੋ ਸਕਦੇ ਨੇ ਅਤੇ ਆਪ ਵਾਲਿਆਂ ਦੀ ਵੀ ਨਹੀਂ ਹੈ। ਇਹ ਤਿੰਨੇ ਕੁਛ ਕਰਨਾ ਵੀ ਚਾਹੁੰਦੇ ਨੇ, ਮੈਂ ਇਹ ਨਹੀਂ ਕਹਿੰਦਾ, ਉਹ ਗੱਲ ਵੱਖਰੀ ਹੈ ਕਿ ਮੇਰੇ ਮਤਭੇਦ ਨੇ। ਬੀਜੇਪੀ ਦੇ ਵਿੱਚ ਹਾਲਾਂਕਿ ਬੀਜੇਪੀ ਵਾਲੇ ਵੀ ਮੇਰੇ ਤੋਂ ਕਈ ਵਾਰ ਰਾਏ ਲੈਂਦੇ ਨੇ ਜਿਹੜੇ ਸੁਹਿਰਦ ਬੰਦੇ ਨੇ, ਹਾਂ ਮੈਂ ਉਹਨਾਂ ਨੂੰ ਵੀ ਰਾਏ ਦਿੰਦਾ। ਆ ਕਰੋਨਾ 'ਚ ਕਿਸੇ ਨੇ ਰਾਏ ਮੰਗੀ ਮੈਂ ਦਿੱਤੀ ਵੀ ਆਏ ਨਹੀਂ ਆਏ ਕਰੋ ਤੁਸੀਂ ਆਹ ਠੀਕ ਹੈ, ਕਿਉਂਕਿ ਆਪਾਂ ਰਾਏ ਕੀ ਦੇਣੀ ਹੈ, ਆਪੋਜੀਸ਼ਨ ਦਾ ਕੰਮ ਕੀ ਹੈ, ਜੇ ਸਰਕਾਰ ਕੋਈ ਗਲਤੀ ਕਰਦੇ ਉਹਨੂੰ ਠੀਕ ਕਰਨਾ, ਜੇ ਕੋਈ ਆਪੋਜੀਸ਼ਨ ਦਾ ਬੰਦਾ ਬਿਆਨ ਦੇਵੇਗਾ ਉਹਦਾ ਜ਼ਿਆਦਾ ਵੈਲਿਊ ਹੈ ਮੇਰੇ ਨਾਲੋਂ ਵੀ, ਉਹਨੂੰ ਮੈਂ ਦੱਸ ਦਿੰਦਾ ਵੀ ਤੂੰ ਆਹ ਗੱਲ ਕਹਿ ਅਤੇ ਸਰਕਾਰ ਨੂੰ ਪੁੱਛ ਵੀ ਦੱਸੋ ਇਹਦਾ ਕੀ ਕਰ ਰਹੇ ਹੋ, ਉਹ ਲੋਕਾਂ ਦੇ ਫਾਇਦੇ ਦੀ ਹੋਈ ਨਾ, ਉਹ ਮੈਂ ਦੱਸ ਦਿੰਦਾ। ਠੀਕ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸੋ ਡਾਕਟਰ ਪਿਆਰੇ ਲਾਲ ਗੱਲ ਹਵਾ ਦੇ ਬਹਾ ਦੀ ਜੇ ਕਰਦੇ ਆ ਤਾਂ ਹਵਾ ਦੇ ਬਹਾ ਤੋਂ ਉਲਟ ਤੁਰਨ ਦੀ ਗੱਲ ਕਰਦੇ ਆ। ਨਵਜੋਤ ਸਿੰਘ ਸਿੱਧੂ ਨੂੰ ਹਾਮੀ ਭਰੀ ਸੀ ਪਰ ਫਿਲਹਾਲ ਉਹ ਸਹਿਮਤੀ ਵਾਪਸ ਲੈ ਲਈ, ਪਰ ਇਹਦੇ ਨਾਲ ਹੀ ਕਿਹਾ ਗਿਆ ਕਿ ਜੇ ਲੋੜ ਪਈ ਉਹ ਗੱਲ ਕਰਨਗੇ ਤਾਂ ਆਪਣੀ ਸਲਾਹ ਜ਼ਰੂਰ ਦੇਣਗੇ। ਇਹਦੇ ਨਾਲ ਕਈ ਅਜਿਹੇ ਪੱਖ ਵੀ ਦੱਸੇ ਚਾਹੇ ਨਵਜੋਤ ਸਿੰਘ ਸਿੱਧੂ ਸੀ ਜਾਂ ਚਰਨਜੀਤ ਸਿੰਘ ਚੰਨੀ ਦੇ, ਜੋ ਸ਼ਾਇਦ ਲੁਕੇ ਹੀ ਰਹਿ ਜਾਂਦੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਕੂ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।